ਤੇ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਧੰਨ ਧੰਨ ਸਾਹਿਬ ਕਮਾਲ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਉਂਦਿਆਂ ਆਪਾਂ ਸਤਿਗੁਰਾਂ ਦੇ ਚਰਨਾਂ ਦੀ ਟੇਕ ਲੈ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬੱਚਿਆਂ ਤੋਂ ਕੀਰਤਨ ਸਰਵਣ ਕੀਤਾ ਹੈ, ਵਿਚਾਰਾਂ ਸਰਵਣ ਕੀਤੀਆਂ ਨੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਕੁਝ ਕੁ ਬੇਨਤੀਆਂ ਕਹਿ ਲਓ ਜਾਂ ਥੋੜ੍ਹਾ ਜਿਹਾ ਮੁਕਤਸਰ ਸਾਹਿਬ ਦੀ ਸੰਗਤ ਨੂੰ ਲਾਮਾ ਕਹਿ ਲਓ। ਅਸੀਂ ਜੀ ਦੇਖੋ, ਮੈਂ ਪਹਿਲਾਂ ਹੀ ਮਾਫੀ ਮੰਗ ਕੇ ਬੇਨਤੀ ਕਰਦੇ ਹਾਂ। ਬੜਾ ਸੌਖਾ ਜਿਹਾ ਕਹਿਣਾ ਸਾਨੂੰ ਵੀ ਐਤਕੀ ਮੀਂਹ ਪੈ ਗਿਆ। ਮੀਂਹ ਤਾਂ ਸਾਡੇ ਲਈ ਆ ਬੱਚੇ ਜਿਹੜੇ ਅਸੀਂ ਨਾ 5 ਮੋਟਰਸਾਈਕਲਾਂ 'ਤੇ ਆਏ ਹਾਂ ਜੀ, 4 ਬੱਚੇ ਲੱਦ ਕੇ ਲੱਦੂ ਵਾਲੇ ਤੋਂ। ਮੀਂਹ ਤਾਂ ਸਾਡੇ ਲਈ ਵੀ ਹੈ ਜੀ, ਅਤੇ ਜਦੋਂ ਅਸੀਂ ਵਾਪਸ ਜਾਣਾ ਹੈ ਨਾ ਉਦੋਂ ਵੀ ਮੀਂਹ ਸਾਡੇ ਲਈ ਵੀ ਹੈਗਾ। ਮੈਂ ਮਾਫੀ ਮੰਗ ਕੇ ਬੇਨਤੀ ਕਰਦਿਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਹਾਂ। ਜੇ ਅਸੀਂ 4 ਬੱਚੇ ਲੱਦ ਕੇ ਲੱਦੂ ਵਾਲੇ ਤੋਂ ਆ ਸਕਦੇ ਹਾਂ ਅਤੇ ਸਾਨੂੰ ਤਾਂ ਰੱਬ ਨੇ ਗੱਡੀਆਂ ਵੀ ਦਿੱਤੀਆਂ। ਅਸੀਂ ਤਾਂ ਗੱਡੀਆਂ ਵਾਲੇ ਨਹੀਂ ਹੈਗੇ ਜੀ, ਅਸੀਂ ਤਾਂ ਮੋਟਰਸਾਈਕਲ ਵਾਲੇ ਹਾਂ। ਅਸੀਂ ਤਾਂ ਗੱਡੀਆਂ ਵਾਲੇ ਵੀ ਹਾਂ ਜੀ, ਨੇੜੇ ਦੀ ਸੰਗਤ ਆ ਅਸੀਂ। ਕਿ ਆਪਾਂ ਕਈ ਵਾਰੀ ਇਹ ਵੇਖਦੇ ਹਾਂ ਸਾਧ ਸੰਗਤ ਕਿ ਅੱਜ ਐਤਕੀ ਕਿਹੜਾ ਹਰਿਮੰਦਰ ਸਾਹਿਬ ਤੋਂ ਕੋਈ ਪ੍ਰਚਾਰਕ ਆਇਆ, ਕਿ ਆਪਾਂ ਇਹ ਵੇਖਦੇ ਹਾਂ। ਐਤਕੀ ਕਿਹੜਾ ਕੋਈ ਮੰਜੀ ਸਾਹਿਬ ਤੋਂ ਆਇਆ, ਆਪਾਂ ਇਹ ਵੇਖਦੇ ਹਾਂ ਸਾਧ ਸੰਗਤ। ਅਤੇ ਜੇ ਇਹ ਕੁਝ ਵੇਖਦੇ ਹਾਂ ਬਹੁਤ ਮਾੜੀ ਗੱਲ ਆ ਸਾਧ ਸੰਗਤ। ਕਿਉਂਕਿ ਦੇਖੋ ਜਸ ਠੀਕ ਆ, ਸਾਡੀ ਔਕਾਤ ਨਹੀਂ ਉਹਨਾਂ ਵਰਗੀ। ਜਸ ਉਹਨਾਂ ਨੇ ਵੀ ਗਾਉਣਾ, ਜਸ ਅਸੀਂ ਵੀ ਗਾਉਣਾ। ਦਰਬਾਰ ਸਾਹਿਬ ਕੀਰਤਨ ਵਾਲੇ ਕਰਨ ਵਾਲੇ ਸਤਿਕਾਰਯੋਗ ਭਾਈ ਸਾਹਿਬ ਨੇ ਵੀ ਇਹੀ ਪੜ੍ਹਨਾ, ਗੁਰੂ ਰਾਮਦਾਸ ਰਾਖੋ ਸਰਨਾਈ। ਠੀਕ ਹੈ, ਇਹਨਾਂ ਬੱਚਿਆਂ ਨੂੰ ਉਹੋ ਜਿਹਾ ਰਾਗ ਨਹੀਂ ਅਲਾਪਣਾ ਆਉਂਦਾ ਹੋਵੇਗਾ, ਪਰ ਕੀਰਤਨ ਤਾਂ ਉਸੇ ਬਾਣੀ ਦਾ ਪੜ੍ਹਨਾ ਹੈ ਨਾ। ਫਿਰ ਵਿਤਕਰੇ ਕਿਉਂ? ਅਸੀਂ ਹੋਰ ਛੱਡੋ, ਇਹ ਵੇਖ ਲਓ ਮੀਂਹ ਹੋਵੇ ਹਨੇਰੀ ਹੋਵੇ, ਗੁਰੂ ਗ੍ਰੰਥ ਸਾਹਿਬ ਦਾ ਤਾਂ ਪ੍ਰਕਾਸ਼ ਕਰਨਾ ਹੀ ਆ ਨਾ ਇੱਥੇ ਆਪਾਂ। ਅਤੇ ਜਿਸ ਦਿਨ ਸਾਡੇ ਅੰਦਰ ਭਾਵਨਾ ਪੈਦਾ ਹੋ ਗਈ ਨਾ, ਭਾਵਨਾ ਵਾਲਾ ਇਹ ਸਿੱਖ ਸੋਚਦਾ ਹੈ ਕਿ ਇੰਨੇ ਝੱਖੜ ਹਨੇਰੀ ਦੇ ਵਿੱਚ ਵੀ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਰਿਹਾ ਹੈ, ਸਿੱਖਾ ਤੇਰਾ ਸਰੀਰ ਭਿੱਜ ਜੇ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ, ਮੈਂ ਗੁਰੂ ਦੀ ਚਰਨਾਂ 'ਚ ਕਿਉਂ ਨਹੀਂ ਜਾਣਾ। 1.5 ਹਫ਼ਤੇ ਤੋਂ ਇਹ ਬੱਚਿਆਂ ਦਾ ਚਾਅ ਸੀ ਅਸੀਂ ਮੁਕਤਸਰ ਸਾਹਿਬ ਜਾਣਾ ਹੈ। 1.5 ਹਫ਼ਤੇ ਤੋਂ ਤਿਆਰੀਆਂ ਕਰ ਰਹੇ ਨੇ ਬੱਚੇ।
ਤੇ ਸਾਧ ਸੰਗਤ ਜੇ ਜਿਹੜਾ ਉਤਸ਼ਾਹ ਅਸੀਂ ਵੈਸੇ ਦਿੰਨੇ ਆ ਜੇ ਉਹ ਨਹੀਂ ਮਿਲਣਾ ਤਾਂ ਇਹ ਫਿਰ ਅਸੀਂ ਗੁਰੂ ਰਾਮਦਾਸ ਨੂੰ ਜਵਾਬ ਦੇ ਹਾਂ। ਸਾਧ ਸੰਗਤ ਅਸੀਂ ਨਾ ਜੀ ਵੀਰ ਜੀ ਬੈਠੇ ਨੇ ਪ੍ਰਬੰਧਕ ਵੀਰ, ਮੈਂ ਇਹ ਬੇਨਤੀ ਕਰਦੇ ਹਾਂ ਸਾਧ ਸੰਗਤ, ਕੋਈ ਵੀ ਮਹੀਨਾਵਾਰ ਸਮਾਗਮ ਹੋਵੇ ਨਾ ਜੀ, ਹੱਥ ਬੰਨ੍ਹ ਕੇ ਬੇਨਤੀ ਕਰਦਾ, ਕਦੀ ਨਾ ਦੇਖਿਆ ਕਰੋ ਕਿ ਅੱਜ ਪ੍ਰਚਾਰਕ ਨੇ ਕਿੱਥੋਂ ਆਉਣਾ ਹੈ, ਕਦੀ ਨਾ ਦੇਖਿਆ ਕਰੋ। ਬਸ ਇੰਨਾ ਵੇਖਿਆ ਕਰੋ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣ ਵਾਲੇ ਨੇ ਕਥਾ ਕਰਨੀ ਹੈ ਅਤੇ ਗਾਉਣਾ ਗੁਰੂ ਦਾ ਜਾਸੀ ਆ, ਭਾਵੇਂ ਉਹ ਇੱਕ 5 ਸਾਲ ਦਾ ਬੱਚਾ ਗਾਵੇ ਅਤੇ ਭਾਵੇਂ ਕੋਈ 60 ਸਾਲ ਦਾ ਬਜ਼ੁਰਗ ਗਾਵੇ, ਗੁਰੂ ਦੇ ਜਸ ਵਿੱਚ ਵਿਤਕਰੇ ਨਾ ਕਹੀਏ। ਖੈਰ ਕਿਸੇ ਨੂੰ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਮਾफ़ੀ ਮੰਗ ਲਾ। ਦੇਖੋ ਮੈਨੂੰ ਨਹੀਂ ਫਰਕ, ਮੇਰੇ ਵਾਧੂ ਤਜਰਬੇ ਹੈਗੇ ਨੇ ਜੀ, ਦੋ ਮਨੁੱਖ ਸਾਹਮਣੇ ਬੈਠੇ ਹੁੰਦੇ ਸੀ, ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਤਾਂ ਵੀ ਕਥਾ ਕਰਕੇ ਆਏ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਬੱਚਿਆਂ ਦਾ ਚਾਅ ਹੁੰਦਾ ਹੈ। ਤਾਂ ਇਹ ਜ਼ਰੂਰ ਇਹ ਉਲਾਮਾ ਝੋਲੀ ਪਾਇਓ ਅਤੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਹ ਬੇਨਤੀ ਕਰਾਂ, ਕਦੀ ਵੀ ਜੇ ਦੇਖੋ ਜੇ ਇਸ ਪੰਡਾਲ ਦੇ ਵਿੱਚ ਇਸ ਕਰਕੇ ਫਰਕ ਪੈ ਰਿਹਾ ਕਿ ਪ੍ਰਚਾਰਕ ਕਿੱਥੋਂ ਆਇਆ ਹੈ, ਮਾफ़ ਕਰ ਦਿਓ, ਸਾਡੇ ਸਾਰੇ ਪ੍ਰਬੰਧ ਹੀ ਉਸ ਹਿਸਾਬ ਨਾਲ ਬਦਲ ਜਾਂਦੇ ਆ ਜੀ, ਮਾफ़ੀ ਮੰਗ ਕੇ ਮੈਂ ਬੇਨਤੀ ਕਰਦੇ ਹਾਂ। ਤੋ ਇਹ ਚੀਜ਼ਾਂ ਜ਼ਰੂਰ ਸਵੀਕਾਰ ਕਰਿਓ ਜੀ, ਸਤਿਗੁਰੂ ਰਹਿਮਤ ਕਰਨ। ਦੇਖੋ ਜਿਸ ਗੁਰੂ ਦਾ ਪੁਰਬ ਮਨਾ ਰਹੇ ਨਾ ਜੀ ਆਪਾਂ, ਉਸੇ ਮੇਰੇ ਬਾਬੇ ਦਾ ਬਚਨ ਆ, ਝੱਖੜ ਝਾਗੀ ਮੀਂਹੋਂ ਵਰਸੈ ਭੀ ਗੁਰ ਦੇਖਣ ਜਾਈ। ਇਹਨੂੰ ਕੇਵਲ ਪੜ੍ਹਨ 'ਤੇ ਨਾ ਛੱਡ ਦਿਓ, ਆਹ ਪ੍ਰੀਖਿਆ ਹੀ ਸੀ ਵੈਸੇ, ਅਤੇ ਤੁਸੀਂ ਵਡਭਾਗੇ ਜੇ ਜਿਹੜੇ ਇਹਨਾਂ ਹਾਲਾਤਾਂ 'ਚ ਵੀ ਪਹੁੰਚੇ ਜੇ। ਆਓ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਕਰਨੀ ਹੈ ਸਾਧ ਸੰਗਤ। ਹੋ ਸਕਦਾ ਤੁਸੀਂ ਇਹ ਵਿਚਾਰਾਂ ਆਏ ਸਾਲ ਸੁਣਦੇ ਹੋ, ਕੱਲ੍ਹ ਪਰਸੋਂ ਵੀ ਸੁਣੀਆਂ ਹੋਣ ਗਈਆਂ, ਪਰ ਦੇਖੋ ਇਹ ਨਾ ਜੀ ਇਹ ਕੋਈ ਸਿਲੇਬਸ ਨਹੀਂ ਹੈਗਾ। ਸਿਲੇਬਸ ਦੀ ਗੱਲ ਹੁੰਦੀ ਹੈ ਨਾ ਤੇ ਆਪਾਂ ਕਹਿ ਦਿੰਦੇ ਹਾਂ ਜੀ ਆਹ ਚੈਪਟਰ ਤਾਂ 5th ਕਲਾਸ 'ਚ ਕਰ ਲਿਆ ਸੀ, ਹੁਣ 6th ਕਲਾਸ 'ਚ ਕੀ ਕਰਨਾ, ਕਰ ਤਾਂ ਲਿਆ ਸੀ ਇਹ ਚੈਪਟਰ। ਇਹ ਸਿਲੇਬਸ ਨਹੀਂ ਹੈਗਾ ਕੋਈ, ਇਹ ਪ੍ਰੇਮ ਆ, ਇਹ ਮੁਹੱਬਤ ਹੈ, ਅਤੇ ਪ੍ਰੇਮ ਕਦੀ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਤੋ ਅਸੀਂ ਪ੍ਰੇਮ ਦੀਆਂ ਬਾਤਾਂ ਪਾਉਣੀਆਂ ਨੇ, ਬਸ ਪ੍ਰੇਮ ਦੇ ਨਾਲ ਇਹ ਗੱਲਾਂ ਸਾਂਝੀਆਂ ਕਰਨੀਆਂ ਨੇ। ਜਿੰਨੇ ਵੀ ਆਪਾਂ ਜੁੜ ਬੈਠੇ ਆ ਨਾ ਸਤ ਸੰਗਤ, ਆਓ ਸਤਿਗੁਰਾਂ ਨੇ ਬੜੀ ਸੋਹਣੀ ਫਤਿਹ ਸਾਨੂੰ ਬਖਸ਼ੀ ਆ, ਫਤਿਹ ਵਿੱਚ ਹਾਜ਼ਰੀ ਭਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਹਰ ਜੀਵ ਮਾਤਰ ਨੂੰ ਕਾਲ ਤੋਂ ਉੱਪਰ ਚੁੱਕ ਕੇ ਅਕਾਲ ਵਿੱਚ ਅਭੇਦ ਕਰਦੀ ਹੈ। ਗੁਰਬਾਣੀ ਸਾਨੂੰ ਸਾਰਿਆਂ ਨੂੰ ਸਮੇਂ ਤੋਂ ਉੱਪਰ ਚੁੱਕਦੀ ਹੈ, ਪਰ ਮਨੁੱਖ ਦੀ ਆਦਤ ਹੈ ਇਹ ਵਾਰ-ਵਾਰ ਸਮੇਂ 'ਚ ਹੀ ਬੱਝਣਾ ਚਾਹੁੰਦਾ ਹੈ। ਜਨਮ ਦਿਨ ਮਨਾਉਣੇ ਸਮੇਂ 'ਚ ਬੱਝਣ ਦੀਆਂ ਨਿਸ਼ਾਨੀਆਂ ਨੇ ਸਤ ਸੰਗਤ, ਐਨੀਵਰਸਰੀਜ਼ ਮਨਾਉਣੀਆਂ ਇਹ ਸਮੇਂ 'ਚ ਬੱਝਣ ਦੀਆਂ ਨਿਸ਼ਾਨੀਆਂ ਨੇ। ਤੇ ਗੁਰਬਾਣੀ ਕਹਿੰਦੀ ਆ ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣਤ ਕਿ ਦਿਨ ਦਿਨ ਅਵਧ ਘਟਤ ਹੈ। ਗੁਰਬਾਣੀ ਸਾਨੂੰ ਸਮੇਂ ਤੋਂ ਉੱਪਰ ਚੁੱਕਦੀ ਆ, ਤੇ ਜਿਸ ਨੂੰ ਗੁਰਬਾਣੀ ਸਮਝ ਲੱਗ ਗਈ ਸਾਧ ਸੰਗਤ, ਕਿਸੇ ਦਾ ਬਰਥਡੇ ਭੁੱਲ ਜਾਣਾ ਉਹਦੇ ਵਾਸਤੇ ਕੋਈ ਭੁੱਲ ਨਹੀਂ ਹੈ, ਉਹ ਗੁਨਾਹ ਨਹੀਂ ਹੈ। ਕੋਈ ਵਰ੍ਹੇਗੰਢ ਭੁੱਲ ਜਾਣੀ ਉਹ ਗੁਨਾਹ ਨਹੀਂ ਹੈ। ਪਰ ਹਾਂ ਇਸ ਕਾਲ ਦੇ ਵਿੱਚ ਕੁਝ ਘੜੀਆਂ, ਕੁਝ ਸਮੇਂ, ਕੁਝ ਪਲ ਐਸੇ ਹੁੰਦੇ ਨੇ ਸਤ ਸੰਗਤ ਜਿਨ੍ਹਾਂ ਨੂੰ ਭੁੱਲ ਜਾਣਾ ਗੁਨਾਹ ਹੁੰਦਾ ਹੈ, ਅਪਰਾਧ ਹੁੰਦਾ ਹੈ। ਉਹ ਪਲ ਕਿਹੜੇ ਹੁੰਦੇ ਨੇ, ਉਹ ਸਮਾਂ ਕਿਹੜਾ ਹੁੰਦਾ ਹੈ, ਉਹ ਕਾਲ ਕਿਹੜਾ ਹੁੰਦਾ ਹੈ? ਉਹ ਕਾਲ ਉਹ ਹੁੰਦਾ ਹੈ ਜਿਸ ਪਲ ਕਿਸੇ ਅਕਾਲ ਦੇ ਪੁਜਾਰੀ ਨੇ ਇਸ ਧਰਤੀ 'ਤੇ ਪੈਰ ਪਾਏ ਹੋਣ, ਜਿਸ ਵਕਤ ਜਿਸ ਸਮੇਂ ਕੋਈ ਅਕਾਲ ਦਾ ਪੁਜਾਰੀ ਇਸ ਧਰਤੀ 'ਤੇ ਆਇਆ ਹੋਵੇ, ਉਸ ਕਾਲ ਨੂੰ, ਉਸ ਸਮੇਂ ਨੂੰ ਭੁੱਲ ਜਾਣਾ ਵੀ ਗੁਨਾਹ ਹੁੰਦਾ ਹੈ। ਇਸੇ ਕਰਕੇ ਗੁਰਪੁਰਬ ਭੁੱਲ ਜਾਣੇ ਗੁਨਾਹ ਹੈ, ਗੁਰੂ ਸਾਹਿਬਾਨਾਂ ਦੇ ਦਿਹਾੜੇ ਭੁੱਲ ਜਾਣੇ ਗੁਨਾਹ ਹੈ। ਅਤੇ ਅਸੀਂ ਅੱਜ ਜੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਲਈ ਜੁੜੇ ਆ ਨਾ ਸਤ ਸੰਗਤ, ਇਹ ਭੁੱਲਣਾ ਨਹੀਂ। ਉਹ ਮਹਾਨ ਪਲ 1534 ਈਸਵੀ ਸਤੰਬਰ ਬਾਬਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਜੀ ਦੀ ਕੁੱਖ ਤੋਂ ਲਾਹੌਰ ਚੂਨਾ ਮੰਡੀ ਦੀ ਧਰਤੀ 'ਤੇ ਇੱਕ ਬਾਲਕ ਨੇ ਪ੍ਰਕਾਸ਼ ਧਾਰਿਆ ਹੈ। ਪਰਿਵਾਰ ਵਾਲਿਆਂ ਨੇ ਨਾਮ ਰੱਖਿਆ ਹੈ ਰਾਮਦਾਸ। ਬਚਪਨ 'ਚ ਨਾਮ ਰਾਮਦਾਸ ਹੀ ਰੱਖਿਆ ਹੈ, ਪਰ ਕਿਉਂਕਿ ਪਰਿਵਾਰ ਦੇ ਪਹਿਲੇ ਪੁੱਤਰ ਸਨ ਇਸ ਕਰਕੇ ਪ੍ਰਚਲਿਤ ਹੋਇਆ ਜੇਠਾ।
ਥੋੜਾ ਟਿਕਾ ਬਖਸ਼ਿਓ ਸਾਧ ਸੰਗਤ। ਹੁਣ ਕਿਰਪਾ ਕਰਕੇ ਕਿਸੇ ਨੇ ਉੱਠਣਾ ਬੈਠਣਾ ਨਹੀਂ, ਟਿਕ ਕੇ ਆਪਾਂ ਬੈਠੀਏ। ਪਰਿਵਾਰ ਨੇ ਨਾਮ ਰੱਖਿਆ ਰਾਮਦਾਸ, ਪਰ ਕਿਉਂਕਿ ਪਹਿਲੇ ਪੁੱਤਰ ਸਨ ਤੇ ਪ੍ਰਚਲਿਤ ਹੋ ਗਿਆ ਜੇਠਾ। ਇਹ ਭਾਈ ਜੇਠਾ ਜੀ ਹਜੇ ਦੁੱਧ ਚੁੰਗਣ ਦੀ ਵੀ ਰੀਝ ਪੂਰੀ ਨਹੀਂ ਸੀ ਹੋਈ ਸਾਧ ਸੰਗਤ, ਕਿ ਮਾਤਾ ਜੀ ਚਲਾਣਾ ਕਰ ਗਏ। ਛੋਟੀ ਜੀ ਉਮਰ ਹੈ, ਮਾਤਾ ਜੀ ਚਲਾਣਾ ਕਰ ਗਏ। ਇੱਕ ਛੋਟੇ ਜਿਹੇ ਕੁੱਛੜ ਚੁੱਕੇ ਬੱਚੇ ਦਾ ਮਾਂ ਦਾ ਚਲਾਣਾ ਕਰ ਜਾਣਾ, ਇਹ ਗੱਲ ਸੌਖੀ ਨਹੀਂ ਹੁੰਦੀ ਸਾਧ ਸੰਗਤ। ਪਰ ਚੱਲ ਕੋਈ ਗੱਲ ਨਹੀਂ, ਮਾਂ ਨੇ ਚਲਾਣਾ ਕੀਤਾ, ਪਿਤਾ ਜੀ ਹੈਗੇ ਨੇ, ਕਰ ਲੈਣਗੇ ਪਰਵਰਿਸ਼। ਕੁਝ ਸਮਾਂ ਕੀਤੀ ਵੀ ਹੈ, ਪਰ ਪਤਾ ਨਹੀਂ ਭਾਈ ਜੇਠੇ ਦੇ ਲੇਖਿਆਂ 'ਚ ਕੀ ਲਿਖਿਆ ਸੀ ਕਿ 7 ਸਾਲ ਦੇ ਹੋਏ ਪਿਤਾ ਵੀ ਚਲਾਣਾ ਕਰ ਗਏ। ਤੇ ਪਿਛਲੇ ਦਿਨ ਹੀ ਨਾ ਜਦੋਂ ਇਹ ਵਿਚਾਰ ਪੜ੍ਹ ਰਿਹਾ ਸੀ ਤੇ ਮਨ ਦੇ ਵਿੱਚ ਇਹ ਗੱਲ ਆਈ। ਤੁਸੀਂ ਦੇਖੋ, ਇਹ ਗੱਲ ਧਿਆਨ ਦੇ ਕੇ ਸੁਣਿਓ ਸਾਧ ਸੰਗਤ। ਜਿਨ੍ਹਾਂ ਦੇ ਲੇਖੇ ਪ੍ਰਮਾਤਮਾ ਨੇ ਪਾੜਨੇ ਹੋਣ ਨਾ, ਉਹਨਾਂ ਦੇ ਲੇਖਿਆਂ 'ਚ ਸਟਰਗਲ ਬੜਾ ਲਿਖਿਆ ਹੁੰਦਾ। ਇਹ ਗੱਲ ਹਮੇਸ਼ਾ ਯਾਦ ਰੱਖਿਓ। ਉਹਨਾਂ ਦੇ ਲੇਖਿਆਂ 'ਚ ਸਟਰਗਲ ਬੜਾ ਲਿਖਿਆ ਹੁੰਦਾ। ਜਿਨ੍ਹਾਂ ਦੇ ਲੇਖੇ ਪਾੜਨੇ ਹੋਣ ਪ੍ਰਮਾਤਮਾ ਨੇ, ਜਿਨ੍ਹੇ ਲੇਖਿਆਂ ਤੋਂ ਉੱਪਰ ਉੱਠ ਜਾਣਾ ਹੈ ਤੇ ਜਿਨ੍ਹੇ ਖੁਦ ਲੇਖਿਆਂ ਦੀ ਸੰਭਾਲ ਕਰਨ ਦਾ ਮਾਲਕ ਬਣ ਜਾਣਾ ਹੈ, ਉਹਨਾਂ ਦੇ ਜੀਵਨ ਬੜੇ ਸੰਘਰਸ਼ਮਈ ਹੁੰਦੇ ਨੇ। 7 ਸਾਲ ਦੇ ਹੋਏ ਤੇ ਪਿਤਾ ਜੀ ਵੀ ਚਲਾਣਾ ਕਰ ਗਏ। ਛੋਟੀ ਜੀ ਉਮਰੇ ਨਾ ਮਾਂ ਰਹੀ ਨਾ ਪਿਤਾ ਰਿਹਾ। ਇਹ ਹੁਣ ਬੱਚਾ, ਚਲ ਕੋਈ ਗੱਲ ਨਹੀਂ, ਮਾਤਾ ਪਿਤਾ ਜੀ ਚਲਾਣਾ ਕਰ ਲੈ ਗਏ, ਸ਼ਰੀਕੇ ਸਾਂਭ ਲੈਣਗੇ। ਇਹ ਹੌਸਲਾ ਹੀ ਹੁੰਦਾ ਨਾ, ਚਲ ਸਾਂਭ ਲੈਣਗੇ। ਆਪਾਂ ਕਹਿ ਦਿੰਦੇ ਨਾ, ਚੱਲ ਮਾਤਾ ਜੀ ਉਹਦੇ ਬੱਚੇ ਦੇ ਚਲਾਣਾ ਕਰ ਗਏ, ਪਿਤਾ ਜੀ ਚਲਾਣਾ ਕਰ ਗਏ, ਚੱਲ ਹੁਣ ਤਾਂ ਚਾਚਾ ਤਾਇਆਂ ਨੂੰ ਸਾਂਭਣਾ ਪੈਣਾ, ਸਾਂਭ ਲੈਣਗੇ। ਚਲ ਉਵੇਂ ਦੀ ਤਾਂ ਸੰਭਾਲ ਨਹੀਂ ਹੋਣੀ, ਪਰ ਸਾਂਭ ਲੈਣਗੇ। ਚੱਲ ਜਿੱਥੇ 10 ਰੋਟੀਆਂ ਪੱਕਦੀਆਂ 2 ਵੱਧ ਪੱਕ ਜਾਣਗੀਆਂ। ਪਰ ਪਤਾ ਨਹੀਂ ਕੀ ਇਹ ਕੁਦਰਤ ਦੀ ਖੇਡ ਕਿ ਸ਼ਰੀਕਿਆਂ ਨੇ ਵੀ ਉਸ ਜੇਠੇ ਨੂੰ ਨੇੜੇ ਨਾ ਲੱਗਣ ਦਿੱਤਾ। ਜਿੱਥੇ 8 ਰੋਟੀਆਂ 10 ਰੋਟੀਆਂ ਪੱਕਦੀਆਂ ਸੀ, 1 ਰੋਟੀ ਵੱਧ ਪੱਕ ਜਾਂਦੀ ਸੀ, ਕਿਸੇ ਦਾ ਕੁਝ ਘਟਨਾ ਨਹੀਂ ਸੀ, ਪਰ ਜੇਠੇ ਨੂੰ ਨੇੜੇ ਨਾ ਲੱਗਣ ਦਿੱਤਾ। ਉੱਥੇ ਬਾਸਰ ਕੇ ਬੈਠੀ ਨਾਨੀ ਜੀ ਨੂੰ ਪਤਾ ਲੱਗਿਆ ਕਿ ਮੇਰੀ ਧੀ ਚਲਾਣਾ ਕਰ ਗਈ, ਮੇਰਾ ਜਵਾਈ ਚਲਾਣਾ ਕਰ ਗਿਆ, ਮੇਰਾ ਨੰਨਾ ਜਾਂ ਇਹ ਬੱਚਾ, ਮੇਰਾ ਦੋਹਤਾ ਜੇਠਾ, ਇਹਦੀ ਸੰਭਾਲ ਕੌਣ ਕਰੇਗਾ, ਇਹ ਗੁਜ਼ਾਰਾ ਕਿਵੇਂ ਕਰੇਗਾ। ਨਾਨੀ ਪਹੁੰਚ ਗਈ ਲਾਹੌਰ ਕਿ ਚੱਲ ਕੋਈ ਨਹੀਂ, ਫਿਰ ਮੈਂ ਹੀ ਸੰਭਾਲ ਲੈਂਦੀ ਹਾਂ। ਵਿਧਵਾ ਹੈ ਨਾਨੀ, ਹੈ ਉਹ ਵੀ ਗਰੀਬੜੀ, ਬਹੁਤੇ ਪਦਾਰਥ ਉਹਨਾਂ ਕੋਲ ਵੀ ਨਹੀਂ ਹੈ। ਲਾਹੌਰ ਆਏ ਨੇ ਤੇ ਲਾਹੌਰ ਹੁਣ ਕੀ ਕਰਦੇ ਨੇ, ਕਹਿਣ ਲੱਗੇ ਜੇਠਿਆ ਚੱਲ ਕੀ ਹੋਇਆ, ਮਾਂ ਚਲਾਣਾ ਕਰ ਗਈ, ਚੱਲ ਕੀ ਹੋਇਆ, ਪਿਤਾ ਚਲਾਣਾ ਕਰ ਗਿਆ, ਤੂੰ ਘਬਰਾਈ ਨਾ, ਤੇਰੀ ਨਾਨੀ ਹਜੇ ਹੈ, ਤੂੰ ਚਿੰਤਾ ਨਾ ਕਰ, ਰੋਟੀ ਕਿਵੇਂ ਬਣੇਗੀ। ਆ ਮੈਂ ਤੈਨੂੰ ਛੋਲੇ ਉਬਾਲ ਕੇ ਦਿੰਨੀ ਆ, ਤੂੰ ਟੋਕਰੀ 'ਚ ਪਾ ਕੇ ਘੁੰਗਣੀਆਂ ਲੈ ਜਾ ਕਰ ਤੇ ਘੁੰਗਣੀਆਂ ਵੇਚਿਆ ਕਰ, ਆਪਾਂ ਇੰਜ ਗੁਜ਼ਾਰਾ ਕਰ ਲੈਂਦੇ। ਚੱਲ ਤੂੰ ਘੁੰਗਣੀਆਂ ਵੇਚਿਆ ਕਰ, ਆਪਾਂ ਇੰਜ ਗੁਜ਼ਾਰਾ ਕਰ ਲੈਂਦੇ ਆ। ਨਾਨੀ ਨੇ ਉਹ ਛੋਲੇ ਉਬਾਲ ਕੇ ਦੇਣੇ, ਟੋਕਰੀ 'ਚ ਪਾਉਣੇ, ਤੇ ਭਾਈ ਜੇਠਾ ਜੀ ਨੇ ਉਹ ਟੋਕਰੀ ਸਿਰ ਤੇ ਚੁੱਕ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਣ ਜਾਣਾ ਸਾਧ ਸੰਗਤ। ਤੇ ਤੁਸੀਂ ਇਹ ਗੱਲ ਧਿਆਨ ਦੇ ਕੇ ਸੁਣਿਓ ਸਤਸੰਗ, ਕਿਉਂਕਿ ਨਾ ਜੀ ਇਹ ਇਤਿਹਾਸ ਕੇਵਲ ਕਹਿਣ ਮਾਤਰ ਸੁਣਨ ਮਾਤਰ ਨਹੀਂ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, ਇਹ ਨਾ ਫੀਲ ਕਰਨ ਵਾਲੀਆਂ ਗੱਲਾਂ, ਜਿੰਨੀਆਂ ਵੀ ਮੈਂ ਬੇਨਤੀਆਂ ਕਰਾਂਗਾ ਨਾ ਫੀਲ ਕਰਿਓ। ਭਾਈ ਜੇਠਾ ਜੀ ਸਿਰ ਤੇ ਟੋਕਰੀ ਚੁੱਕ ਕੇ ਲਾਹੌਰ ਦੀਆਂ ਗਲੀਆਂ ਵਿੱਚ ਘੁੰਗਣੀਆਂ ਵੇਚਣ ਜਾਂਦੇ ਨੇ, ਪਰ ਇਹ ਗੱਲ ਧਿਆਨ 'ਚ ਰੱਖਿਓ ਉਸ ਵਕਤ ਹਾਲਾਤ ਕੀ ਬਣ ਗਏ ਨੇ। ਛੋਟੀ ਜੀ ਉਮਰ ਦਾ ਇਹ ਬੱਚਾ, ਹਜੇ ਉਮਰ 7-8 ਸਾਲ ਦੀ ਹੋਈ ਆ, ਤੇ ਇਹ ਬੱਚਾ ਕਿਸੇ ਦੋਸਤਾਂ ਨਾਲ ਖੇਡਣ ਵੀ ਜਾਂਦਾ ਹੈ ਨਾ, ਤੇ ਉਹ ਮਾਵਾਂ ਉਹਨਾਂ ਆਪਣੇ ਬੱਚਿਆਂ ਦੀਆਂ ਬਾਹਾਂ ਖਿੱਚ ਕੇ ਲੈ ਜਾਂਦੀਆਂ ਵੀ ਪੁੱਤਰੋ ਇਹ ਜੇਠੇ ਦੇ ਨਾਲ ਨਾ ਖੇਡਿਓ, ਕਿਉਂਕਿ ਇਹ ਤਾਂ ਜੰਮਦਾ ਮਾਤਾ ਪਿਤਾ ਨੂੰ ਲੈ ਡੁੱਬਿਆ, ਇਹ ਬਦਕਿਸਮਤ ਹੈ, ਇਹਦੇ ਪਰਿਵਾਰ ਪਰਛਾਵੇਂ ਤੋਂ ਵੀ ਬਚ ਕੇ ਰਹੋ ਜੇ। ਆਪਣੇ ਬੱਚਿਆਂ ਨੂੰ ਵੀ ਭਾਈ ਜੇਠੇ ਦੇ ਨੇੜੇ ਨਹੀਂ ਕੋਈ ਲੱਗਣ ਦਿੰਦਾ। ਤੇ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਧ ਸੰਗਤ, ਜਿਸ ਭਾਈ ਜੇਠੇ ਦੇ ਕੋਈ ਨੇੜੇ ਵੀ ਨਹੀਂ ਲੱਗਣਾ ਚਾਹੁੰਦਾ, ਰੋਟੀ ਦੀ ਖਾਤਰ ਉਹ ਭਾਈ ਜੇਠਾ ਜਦੋਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਘੁੰਗਣੀਆਂ ਵੇਚਦਾ ਹੈ ਤੇ ਬੱਚੇ ਜਿੱਦ ਕਰਦੇ ਹੋਣਗੇ ਮਾਂ ਅਸੀਂ ਘੁੰਗਣੀਆਂ ਲੈਣੀਆਂ, ਤੇ ਕਿਹੜੀ ਮਾਂ ਹੋਵੇਗੀ ਜਿਹੜੀ ਆਪਣੇ ਬੱਚੇ ਨੂੰ ਘੁੰਗਣੀਆਂ ਲੈਣ ਦੇਣ ਦਿੰਦੀ ਹੋਵੇਗੀ। ਜੇ ਉਹਦੇ ਨਾਲ ਖੇਡਣ ਨਹੀਂ ਦੇ ਰਹੇ, ਜੇ ਉਹਦੇ ਪਰਛਾਵੇਂ ਤੋਂ ਲੋਕ ਭੱਜਦੇ ਪਏ ਨੇ, ਜੇ ਉਹਦੇ ਕੋਈ ਨੇੜੇ ਨਹੀਂ ਲੱਗਣਾ ਚਾਹੁੰਦੇ, ਉਹਦੀਆਂ ਘੁੰਗਣੀਆਂ ਲੈਣ ਨੂੰ ਕੌਣ ਤਿਆਰ ਹੁੰਦਾ ਹੋਵੇਗਾ। ਇਹ ਸੋਚਣ ਵਾਲੀ ਗੱਲ ਆ। ਕਿਸੇ ਇਤਿਹਾਸ ਦੇ ਪੰਨਿਆਂ 'ਚ ਭਾਵੇਂ ਨਹੀਂ ਲਿਖੀ, ਪਰ ਫੀਲ ਕਰਿਓ ਭਾਈ ਜੇਠੇ ਤੇ ਕੀ ਹਾਲਾਤ ਵਰਤੇ।
ਵੇਚਣ ਜਾਂਦੇ ਨੇ। ਤੇ ਹਰ ਕਿਰਤ ਕਰਨ ਵਾਲੇ ਦਾ ਇਹ ਹੁੰਦਾ ਹੈ ਨਾ ਜੀ, ਮੈਂ ਸ਼ਾਮ ਨੂੰ ਰੋਟੀ ਖਾਣੀ ਆ, ਅੱਜ 2 ਪੈਸੇ ਮੇਰੇ ਪੱਲੇ ਪੈ ਜਾਣ। ਕਿਸੇ ਸਬਜ਼ੀ ਵੇਚਣ ਜਾਂਦਾ ਹੈ, ਉਹਨੂੰ ਇਹ ਹੁੰਦਾ ਹੈ ਅੱਜ ਮੇਰੀ ਸਬਜ਼ੀ ਵਿਕ ਜਾਵੇ, 4 ਪੈਸੇ ਘਰ ਆ ਜਾਣ, ਮੈਂ ਰੋਟੀ ਜੋਗਾ ਹੋ ਜਾਵਾਂ। ਕਿਸੇ ਦਰਜੀ ਨੂੰ ਇਹ ਅਹਿਸਾਸ ਹੁੰਦਾ ਹੈ ਮੈਨੂੰ ਕੋਈ 2 ਕੱਪੜੇ ਆ ਜਾਣ, ਮੇਰੇ ਘਰ ਕੋਈ ਕਿਰਤ ਆ ਜਾਵੇ, ਮੈਂ ਰੋਟੀ ਜੋਗਾ ਹੋ ਜਾਵਾਂ। ਨਿਕਲਦਾ ਤਾਂ ਜੇਠਾ ਵੀ ਹੋਵੇਗਾ ਨਾ, ਭਾਵਨਾ ਤਾਂ ਨਾਨੀ ਦੇ ਮਨ 'ਚ ਵੀ ਆਉਂਦੀ ਹੋਵੇਗੀ ਨਾ ਕਿ ਅੱਜ ਮੇਰਾ ਭਾਈ ਜੇਠਾ ਨਿਕਲਿਆ, ਥੋੜ੍ਹੀਆਂ ਜਿਹੀਆਂ ਘੁੰਗਣੀਆਂ ਵਿਕ ਜਾਣ, ਥੋੜ੍ਹੇ 4 ਪੈਸੇ ਘਰ ਆ ਜਾਣ ਤੇ ਸ਼ਾਮ ਨੂੰ ਰੋਟੀ ਪਕਾਉਣ ਜੋਗੇ ਹੋ ਜਾਵਾਂਗੇ। ਪਰ ਕੋਈ ਲੈਣ ਨੂੰ ਹੀ ਨਹੀਂ ਤਿਆਰ, ਕੋਈ ਭਾਈ ਜੇਠੇ ਦੇ ਨੇੜੇ ਲੱਗਣ ਨੂੰ ਹੀ ਨਹੀਂ ਤਿਆਰ। ਪਰ ਇੱਕ ਪਾਸੇ ਤੁਸੀਂ ਦੇਖੋ ਇਹ ਹਾਲਾਤ, ਦੂਜੇ ਪਾਸੇ ਭਾਈ ਜੇਠੇ ਦਾ ਜਿਗਰਾ ਦੇਖੋ। ਆ ਪਿਛਲੇ ਸਮਾਗਮ ਦੇ ਵਿੱਚ ਨਾ, ਪਿਛਲੇ ਹਫਤੇ ਇੱਕ ਸ਼ਬਦ ਪੜ੍ਹਿਆ ਸੀ, ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਗੁਰਬਾਣੀ ਦਾ ਨਾ ਇੱਕ ਫਰਮਾਨ ਆ ਜੀ, ਕਹਿੰਦੇ ਨੇ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿੱਤ ਨਾ ਧਰੇ। ਇਹ ਸੱਚਾਈ ਆ ਸਾਧ ਸੰਗਤ ਸਮਾਜ ਦੀ। ਗਰੀਬਾਂ ਨੂੰ ਕੋਈ ਇੱਜ਼ਤ ਨਹੀਂ ਦਿੰਦਾ। ਜਿਹਦੀ ਕੋਠੀ ਦੇ ਵਿੱਚ ਕੋਈ 4 ਛਿੱਲੜਾਂ ਹੋਣ ਨਾ, ਸਾਰੇ ਅੱਗੇ ਪਿੱਛੇ ਭੱਜੇ ਫਿਰਦੇ ਨੇ, ਜੀ ਕਰਦੇ। ਕੰਗਾਲਾਂ ਨੂੰ ਕੋਈ ਇੱਜ਼ਤ ਨਹੀਂ ਦਿੰਦਾ। ਇਹ ਸੱਚਾਈ ਆ ਸਮਾਜ ਦੀ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿੱਤ ਨਾ ਧਰੇ। ਜੋ ਨਿਰਧਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਇੱਕ ਗਰੀਬ ਕਿਸੇ ਚੌਧਰੀ ਦੇ ਘਰ ਚਲਾ ਜਾਵੇ ਨਾ, ਉਹ ਸਿੱਧੇ ਮੂੰਹ ਗੱਲ ਵੀ ਨਹੀਂ ਕਰਦਾ ਵੀ ਤੂੰ ਕੌਣ ਹੈ, ਥੱਲੇ ਬਹਿ ਜਾ, ਮੈਂ ਚੌਧਰੀ ਬੰਦਾ, ਮੇਰੇ ਬੈਂਕ ਦੇ ਵਿੱਚ ਇੰਨੇ ਪੈਸੇ ਤੇ ਤੇਰੇ ਪੱਲੇ ਕੀ ਆ। ਨੇੜੇ ਵੀ ਨਹੀਂ ਲੱਗਣ ਦਿੰਦੇ ਨਿਰਧਨ ਨੂੰ ਕੋਈ। ਇੱਕ ਨਿਰਧਨ ਬੰਦਾ ਚੌਧਰੀ ਦੇ ਘਰ ਚਲਾ ਜਾਵੇ, ਕੋਈ ਨੇੜੇ ਵੀ ਨਹੀਂ ਲੱਗਣ ਦਿੰਦਾ। ਤੇ ਇੱਕ ਚੌਧਰੀ ਗਰੀਬ ਦੇ ਘਰ ਆ ਜਾਵੇ ਨਾ ਜੀ, ਤੇ ਗਰੀਬ ਪਾਣੀ ਪੁੱਛਦਾ ਕਦੀ, ਉਹ ਪੁੱਤਰ ਰੋਟੀ ਲੈ ਕੇ ਆਓ, ਇੰਝ ਹੀ ਹੁੰਦਾ ਨਾ ਜੀ। ਜੋ ਨਿਰਧਨ ਸਰਤਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੋ ਸਰਤਨ ਨਿਰਤਨ ਕਹਿ ਜਾਏ, ਦੀਆ ਆਦਰ ਲਿਆ ਬੁਲਾਏ। ਨਹੀਂ ਮਿਲਦਾ ਗਰੀਬ ਨੂੰ ਆਦਰ। ਇਹ ਵੱਖਰੀ ਗੱਲ ਆ ਵੀ ਕਬੀਰ ਜੀ ਨੇ ਗੱਲ ਕਹੀ ਆ, ਨਿਰਧਨ ਸਰਤਨ ਦੋਨੋਂ ਭਾਈ ਭਰਾ ਹੀ ਨੇ ਦੋਨੋਂ। ਗਰੀਬ ਹੋਵੇ ਅਮੀਰ ਹੋਵੇ, ਕੰਗਾਲ ਹੋਵੇ ਰਾਜਾ ਹੋਵੇ, ਭਰਾ ਹੀ ਇੱਕੋ ਪਰਮਾਤਮਾ ਦੇ ਅਸੀਂ ਬੱਚੇ ਆ। ਨਿਰਧਨ ਸਰਧਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਪਰ ਕਬੀਰ ਜੀ ਨੇ ਇਹ ਵੀ ਠੋਕ ਕੇ ਕਹਿ ਦਿੱਤਾ ਹੈ, ਕਹਿ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਕਹਿੰਦੇ ਤੂੰ ਸੋਚਦਾ ਚੌਧਰੀ ਆ, ਤੇਰੇ ਬੈਂਕ ਦੇ ਵਿੱਚ 4 ਪੈਸੇ ਨੇ, ਤੂੰ ਕਹਿੰਦਾ ਤੇਰੇ ਵਰਗਾ ਕੋਈ ਨਹੀਂ। ਤੇਰੀ ਕੋਠੀ ਉੱਚੀ ਆ, ਤੂੰ ਕਾਰਾਂ ਦਾ ਮਾਲਕ ਹੈ, ਤੂੰ ਵੱਡੀਆਂ ਪਦਵੀਆਂ ਵਾਲਾ ਹੈ, ਵੱਡੇ ਤਖਤਾਂ ਤੇ ਬੈਠਣ ਵਾਲਾ ਹੈ, ਤੇ ਕਿਸੇ ਗਰੀਬ ਨੂੰ ਤੂੰ ਜਾਣਦਾ ਵੀ ਨਹੀਂ। ਪਰ ਕੰਨ ਖੋਲ ਕੇ ਸੁਣ ਲਾ, ਤੂੰ ਕਹਿੰਦਾ ਤੂੰ ਅਮੀਰ ਤੇ ਕੱਖਾਂ ਦੀ ਕੁੱਲੀ 'ਚ ਰਹਿਣ ਵਾਲਾ ਗਰੀਬ। ਮੈਂ ਸੱਚ ਕਰਕੇ ਕਹਿ ਦਿੰਦਾ ਹੈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ, ਉਹ ਅਸਲ ਗਰੀਬ ਹੈ, ਉਹ ਅਸਲ ਗਰੀਬ ਆ। ਇਹ ਮੈਂ ਸ਼ਬਦ ਪਤਾ ਕਿਉਂ ਪੜ੍ਹਿਆ? ਆ ਜੇਠੇ ਨੂੰ ਗਰੀਬ ਨਾ ਸਮਝ ਲਿਓ। ਕੀ ਹੋਇਆ? ਉਹਦੇ ਮਾਤਾ ਪਿਤਾ ਨਹੀਂ ਹੈਗੇ। ਕੀ ਹੋਇਆ? ਉਹਦੇ ਕੋਲ ਕੋਈ ਚੌਧਰਪੁਣਾ ਨਹੀਂ ਹੈਗਾ। ਕੀ ਹੋਇਆ? ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨਾ ਚਾਹੁੰਦਾ ਤੇ ਕੋਈ ਘੁੰਗਣੀਆਂ ਲੈਣ ਨੂੰ ਤਿਆਰ ਨਹੀਂ। ਕੀ ਹੋਇਆ? ਉਸ ਜੇਠੇ ਦੇ ਕੋਈ ਨੇੜੇ ਲੱਗਣ ਨੂੰ ਤਿਆਰ ਨਹੀਂ। ਸਾਡਾ ਇਤਿਹਾਸ ਲਿਖਦਾ ਹੈ, ਰਾਵੀ ਦੇ ਕਿਨਾਰੇ ਇੱਕ ਸਾਧੂ ਬੈਠਾ ਹੈ। ਭਾਈ ਜੇਠਾ ਜੀ ਰੋਜ਼ ਦੀ ਤਰ੍ਹਾਂ ਘੁੰਗਣੀਆਂ ਵੇਚਣ ਗਏ। ਘੁੰਗਣੀਆਂ ਲੈ ਲਓ, ਕੋਈ ਲੈਣ ਨੂੰ ਤਿਆਰ ਨਹੀਂ ਸਾਧ ਸੰਗਤ। ਤੇ ਦੂਰ ਬੈਠੇ ਸਾਧੂ ਨੇ ਆਵਾਜ਼ ਮਾਰ ਲਈ, ਕਹਿੰਦੇ ਬੇਟਾ ਜੀ ਇੱਧਰ ਆਇਓ। ਭਾਈ ਜੇਠਾ ਜੀ ਦੌੜ ਕੇ ਗਏ ਤੇ ਕਹਿਣ ਲੱਗੇ, ਪੁੱਤਰ ਭੁੱਖ ਬੜੀ ਲੱਗੀ ਏ, ਥੋੜ੍ਹੀਆਂ ਜਿਹੀਆਂ ਘੁੰਗਣੀਆਂ ਦੇ ਦੇ। ਤੇ ਅੱਗੋਂ ਭਾਈ ਜੇਠਾ ਜੀ ਕਹਿਣ ਲੱਗੇ, ਬਾਬਾ ਜ਼ਰੂਰ ਦੇਵਾਂਗਾ। ਮੁੱਠ ਭਰ ਕੇ ਘੁੰਗਣੀਆਂ ਦੇਣ ਲੱਗੇ ਨੇ। ਤੇ ਸਾਧੂ ਕਹਿਣ ਲੱਗਾ, ਪੁੱਤਰ ਘੁੰਗਣੀਆਂ ਲੈਣ ਤੋਂ ਪਹਿਲਾਂ ਇੱਕ ਗੱਲ ਕਹਿ ਦਿਆਂ, ਮੇਰੇ ਕੋਲ ਦੇਣ ਲਈ ਪੈਸੇ ਨਹੀਂ। ਖੇਡ ਦੇਖੋ ਕੁਦਰਤ ਦੀ। ਜਿਨ੍ਹਾਂ ਕੋਲ ਪੈਸੇ ਨੇ ਉਹ ਘੁੰਗਣੀਆਂ ਲੈਣਾ ਨਹੀਂ ਚਾਹੁੰਦੇ, ਤੇ ਜਿਹੜਾ ਘੁੰਗਣੀਆਂ ਲੈਣ ਨੂੰ ਤਿਆਰ ਹੈ ਉਹਦੇ ਕੋਲ ਦੇਣ ਨੂੰ ਪੈਸੇ ਨਹੀਂ। ਹਾਲਾਤ ਜੇਠੇ ਦੇ, ਭਾਈ ਜੇਠੇ ਦੇ। ਕਹਿੰਦਾ ਪੁੱਤਰ ਦੇਣ ਨੂੰ ਪੈਸੇ ਨਹੀਂ,
ਤੇ ਭਾਈ ਜੇਠਾ ਕਹਿਣ ਲੱਗਾ, ਬਾਬਾ ਕੀ ਹੋਇਆ, ਪੈਸੇ ਨਹੀਂ? ਭੁੱਖ ਦਾ ਅਹਿਸਾਸ ਮੈਂ ਜਾਣਦਾ ਹੈ, ਤੇ ਭੁੱਖ ਦੀ ਕੋਈ ਕੀਮਤ ਨਹੀਂ ਹੁੰਦੀ, ਜਿੰਨੀਆਂ ਘੁੰਗਣੀਆਂ ਖਾਣੀਆਂ ਖਾ ਲਓ, ਮੈਂ ਕੋਈ ਪੈਸੇ ਨਹੀਂ ਮੰਗਾਂਗਾ। ਮੁੱਠ ਭਰੀ ਤੇ ਉਸ ਸਾਧੂ ਦੀ ਝੋਲੀ 'ਚ ਪਾਤੀ। ਸਾਧੂ ਛਕਿਆ, ਫੱਕਾ ਮਾਰਿਆ ਤੇ ਕਹਿਣ ਲੱਗਾ, ਪੁੱਤਰ ਗੱਲ ਨਹੀਂ ਬਣੀ। ਜੇਠੇ ਨੇ ਦੂਜੀ ਮੁੱਠ ਭਰੀ ਤੇ ਉਹਦੀ ਝੋਲੀ 'ਚ ਪਾਤੀ। ਪੁੱਤਰ ਗੱਲ ਨਹੀਂ ਬਣੀ। ਜੇਠੇ ਨੇ ਤੀਜੀ ਮੁੱਠ ਭਰੀ ਤੇ ਉਹਦੀ ਝੋਲੀ 'ਚ ਪਾਤੀ। ਪੁੱਤਰ ਕਈ ਦਿਨਾਂ ਦਾ ਭੁੱਖਾ ਹੈ, ਇੰਜ ਤੇਰੀ ਮੁੱਠੀ ਵਿੱਚ ਬਹੁਤੇ ਦਾਣੇ ਨਹੀਂ ਆਉਂਦੇ, ਇੰਜ ਗੱਲ ਨਹੀਂ ਬਣਨੀ। ਤੇ ਭਾਈ ਜੇਠੇ ਨੇ ਕੀ ਕੀਤਾ, ਸਾਰੀ ਦੀ ਸਾਰੀ ਟੋਕਰੀ ਜਿਹੜੀ ਸਿਰ ਤੇ ਲੱਦੀ ਸੀ ਨਾ, ਉਹਦੀ ਝੋਲੀ 'ਚ ਪਾਤੀ ਤੇ ਕਹਿਣ ਲੱਗਾ, ਬਾਬਾ ਹੁਣ ਤਾਂ ਢਿੱਡ ਭਰ ਜੂ ਨਾ, ਇਹ ਛਕ ਲਓ। ਸਾਰੀ ਦੀ ਸਾਰੀ ਟੋਕਰੀ ਉਸ ਸਾਧੂ ਦੀ ਝੋਲੀ 'ਚ ਪਾਈ ਹੈ। ਕਹਿ ਕਬੀਰ ਨਿਰਤਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਤੇਰੇ ਘਰ ਦੇ ਵਿੱਚ ਚੰਦ ਪੈਸੇ ਹੋਣਗੇ, ਤੂੰ ਅਮੀਰ ਨਾ ਸਮਝ ਲਈ। ਜੇ ਤੈਨੂੰ ਕਿਸੇ ਗਰੀਬ ਨੂੰ ਇੱਜ਼ਤ ਨਹੀਂ ਦੇਣੀ ਆਉਂਦੀ, ਜੇ ਕਿਸੇ ਗਰੀਬ ਨੂੰ ਤੈਨੂੰ ਗਲਵੱਕੜੀ 'ਚ ਨਹੀਂ ਲੈਣਾ ਆਉਂਦਾ, ਜੇ ਕਿਸੇ ਗਰੀਬ ਨੂੰ ਸਤਿਕਾਰ ਨਹੀਂ ਦੇਣਾ ਆਉਂਦਾ, ਜੇ ਕਿਸੇ ਗਰੀਬ ਨੂੰ ਪਾਣੀ ਪੁੱਛਣਾ ਨਹੀਂ ਆਉਂਦਾ, ਜੇ ਉਹਦੇ ਬਰਾਬਰ ਬੈਠ ਕੇ ਤੈਨੂੰ ਰੋਟੀ ਖਾਣੀ ਨਹੀਂ ਆਉਂਦੀ, ਦੁਨੀਆ ਦਾ ਸਭ ਤੋਂ ਗਰੀਬ ਆ, ਭਾਵੇਂ ਕੋਈ ਕੱਖਾਂ ਦੀ ਕੁੱਲੀ 'ਚ ਰਹਿੰਦਾ ਹੈ, ਪਰ ਜੇ ਉਹਨੂੰ ਬੋਲਣ ਦਾ ਸਲੀਕਾ ਪਤਾ ਹੈ, ਦੂਜਿਆਂ ਨੂੰ ਇੱਜ਼ਤ ਦੇਣੀ ਆਉਂਦੀ ਆ, ਦੁਨੀਆ ਤੋਂ ਸਭ ਤੋਂ ਅਮੀਰ ਆਦਮੀ ਉਹ ਹੁੰਦਾ ਹੈ, ਉਹ ਅਸਲ ਅਮੀਰ ਹੈ। ਕਹਿ ਕਬੀਰ ਨਿਰਤਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਧਨਵੰਤਾ ਇਉਂ ਹੀ ਕਹੈ, ਅਵਰੀ ਧਨ ਕੋ ਜਾਓ, ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਓ। ਜਿਸ ਦਿਨ ਰੱਬ ਭੁੱਲ ਗਿਆ, ਉਸ ਦਿਨ ਅਸੀਂ ਕੰਗਾਲ ਹੋ ਗਏ, ਉਦਣ ਅਸੀਂ ਕੰਗਾਲ ਹੋ ਗਏ। ਤੇ ਜੇਠਾ ਕੰਗਾਲ ਨਹੀਂ ਹੈ, ਕਿਉਂਕਿ ਇਹਨੂੰ ਵੰਡਣਾ ਆਉਂਦਾ ਹੈ। ਉਹਦਾ ਇੱਕ ਠੀਕ ਆ, ਉਹਦਾ ਲਿਵਿੰਗ ਸਟੈਂਡਰਡ ਨਹੀਂ ਹੈਗਾ, ਪਰ ਉਹਦਾ ਗਿਵਿੰਗ ਸਟੈਂਡਰਡ ਹੈਗਾ ਹੈ। ਜੇਠੇ ਨੂੰ ਵੰਡਣਾ ਹੁੰਦਾ ਹੈ। ਅਨ ਹੁੰਦਾ ਹੈ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਨਾ ਹੁੰਦਿਆਂ ਵੀ ਜਿਹਨੂੰ ਵੰਡਣਾ ਆ ਗਿਆ, ਗੁਰਬਾਣੀ ਕਹਿੰਦੀ ਉਹ ਅਸਲੀ ਭਗਤ ਹੈ। ਵਾਪਸ ਆਏ, ਨਾਨੀ ਬੜੀ ਖੁਸ਼ ਹੋਈ, ਕਹਿਣ ਲੱਗੀ, ਪੁੱਤਰ ਰੋਜ਼ ਜਾਂਦਾ ਸੀ, ਘੁੰਗਣੀਆਂ ਨਹੀਂ ਸੀ ਵਿਕਦੀਆਂ, ਅੱਜ ਟੋਕਰੀ ਖਾਲੀ ਲੈ ਕੇ ਆਇਆ, ਇੰਜ ਲੱਗਦਾ ਜੇ ਕਮਾਈ ਬੜੀ ਹੋਈ ਹੋਵੇਗੀ। ਤੇ ਜੇਠਾ ਅੱਗੋਂ ਪਤਾ ਕੀ ਕਹਿੰਦਾ, ਕਹਿਣ ਲੱਗੇ, ਨਾਨੀ ਸੱਚੀ ਅੱਜ ਕਮਾਈ ਬੜੀ ਹੋਈ। ਪੁੱਤਰ ਲਿਆ ਪੈਸੇ, ਆਟਾ ਖਰੀਦੀਏ, ਦਾਣੇ ਖਰੀਦੀਏ, ਰੋਟੀ ਪਕਾਈਏ। ਮਾਈ ਕਮਾਈ ਤਾਂ ਬਹੁਤ ਹੋਈ ਆ, ਕਮਾਈ ਪੈਸਿਆਂ ਦੀ ਨਹੀਂ ਹੋਈ, ਅੱਜ ਮੈਂ ਅਸੀਸਾਂ ਕਮਾ ਕੇ ਆਇਆ, ਅੱਜ ਮੈਂ ਦੁਆਵਾਂ ਕਮਾ ਕੇ ਆਇਆ। ਮਾਈ ਮਾਇਆ ਪੈਸੇ ਤਾਂ ਅੱਜ ਵੀ ਨਹੀਂ ਮੈਂ ਕਮਾ ਸਕਿਆ, ਪਰ ਅੱਜ ਮੈਂ ਅਸੀਸਾਂ ਕਮਾ ਕੇ ਆਇਆ ਹੈ। ਕਿਸੇ ਸਾਧੂ ਨੂੰ ਭੁੱਖ ਲੱਗੀ ਸੀ, ਮੈਂ ਉਹਦੀ ਝੋਲੀ ਭਰ ਕੇ ਆਇਆ ਹੈ। ਨਾਨੀ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਤੇ ਹੱਥ ਜੋੜ ਕੇ ਕਹਿਣ ਲੱਗੀ, ਪਰਮਾਤਮਾ ਜੇਠੇ ਨੂੰ ਵੰਡਣ ਦਾ ਜਿਗਰਾ ਤਾਂ ਬੜਾ ਦਿੱਤਾ ਈ, ਤੇਰੀ ਖੇਡ ਬੜੀ ਨਿਰਾਲੀ ਆ। ਜਿਹਦੇ ਕੋਲ ਵੰਡਣ ਦਾ ਜਿਗਰਾ ਹੋਵੇ, ਉਹਦੇ ਬੈਂਕ ਵਿੱਚ ਪੈਸੇ ਨਹੀਂ ਹੁੰਦੇ, ਤੇ ਜਿਹਦੇ ਬੈਂਕ 'ਚ ਪੈਸੇ ਹੁੰਦੇ ਨੇ, ਉਹਦੇ ਕੋਲ ਵੰਡਣ ਦਾ ਜਿਗਰਾ ਨਹੀਂ ਹੁੰਦਾ। ਕੈਸੀ ਖੇਡ ਆ ਤੇਰੀ, ਇਹ ਤੇਰੀ ਖੇਡ ਨਿਰਾਲੀ ਆ। ਇਹ ਜੇਠੇ ਦਾ ਜੇ ਜਿਗਰਾ ਏਡਾ ਵੱਡਾ ਦਿੱਤਾ ਹੀ ਨਾ, ਇਹਦੇ ਭੰਡਾਰੇ ਵੀ ਓਡੇ ਬਖਸ਼ਦੇ ਨਾ। ਫਿਰ ਅਰਦਾਸ ਕਰਦੀ ਹੈ, ਪਰ ਨਾਨੀ ਨੂੰ ਨਾ ਇੰਨੀ ਗੱਲ ਸਮਝ ਪੈ ਗਈ ਹੈ, ਲਾਹੌਰ ਨਹੀਂ ਗੁਜ਼ਾਰਾ ਹੋਣਾ। ਜੇਠੇ ਨੂੰ ਨਾਲ ਲੈ ਕੇ ਫਿਰ ਉਹਨਾਂ ਦੇ ਨਾਨਕੇ ਬਾਸਰ ਕੇ ਉੱਥੇ ਵਾਪਸ ਆ ਗਏ ਨੇ। ਤੇ ਇਹ ਕੋਈ ਸੌਖੀ ਖੇਡ ਨਹੀਂ ਸੀ ਹੈਗੀ ਸਾਧ ਸੰਗਤ, ਇਹ ਸੌਖੀ ਨਹੀਂ ਸੀ ਖੇਡ। ਜਿੱਥੇ ਬਚਪਨ ਗੁਜ਼ਾਰਿਆ ਹੋਵੇ, ਜਿੱਥੇ ਭਾਵੇਂ ਥੋੜ੍ਹਾ ਹੀ ਸਮਾਂ ਸਹੀ ਮਾਂ ਦਾ ਦੁੱਧ ਚੁੰਗਿਆ ਹੋਵੇ, ਜਿੱਥੇ ਭਾਵੇਂ 7 ਸਾਲ ਲਈ ਹੀ ਸਹੀ ਪਿਤਾ ਦੀ ਛਾਂ ਮਾਨੀ ਹੋਵੇ, ਜਿਹੜਾ ਘਰ ਇੱਟ ਇੱਟ ਜੋੜ ਕੇ ਪਿਤਾ ਨੇ ਬਣਾਇਆ ਹੋਵੇ, ਅੱਜ ਉਸੇ ਘਰ ਨੂੰ ਜਿੰਦਰੇ ਲਾ ਕੇ ਉੱਥੋਂ ਤੁਰ ਜਾਣਾ, ਇਹ ਖੇਡ ਕੋਈ ਸੌਖੀ ਨਹੀਂ ਹੁੰਦੀ ਸਾਧ ਸੰਗਤ। ਉਹ ਨਾਨੀ ਉਸ ਜਿੰਦਰੇ ਲਾ ਕੇ ਉਸ ਜੇਠੀ ਨੂੰ ਲੈ ਕੇ ਤੁਰੀ, ਬਾਸਰ ਕੇ ਪਹੁੰਚੀ ਹੈ। ਬਾਸਰ ਕੇ ਫਿਰ ਕਿਉਂਕਿ ਨਾਨਾ ਪਰਿਵਾਰ ਸੀ, ਸਾਰਾ ਪਿੰਡ ਇਕੱਠਾ ਹੋ ਕੇ ਆਇਆ। ਇਹ ਯਾਦ ਰੱਖਿਓ ਸਾਧ ਸੰਗਤ, 1534 ਈਸਵੀ ਨੂੰ ਜੇ ਆਪ ਜੀ ਦਾ ਪ੍ਰਕਾਸ਼ ਹੋਇਆ, 7 ਸਾਲ ਦੀ ਉਮਰ ਦੇ ਵਿੱਚ ਆਪ ਜੀ ਬਾਸਰ ਕੇ ਆਏ ਨੇ। 7 ਤੋਂ ਥੋੜ੍ਹੀ ਜਿਹੀ ਉਮਰ ਜ਼ਿਆਦਾ ਹੋਈ ਹੈ। ਤੇ ਜਿਸ ਸਾਲ ਆਪ ਜੀ ਬਾਸਰ ਕੇ ਆਏ ਨਾ ਜੀ, ਉਸੇ ਹੀ ਸਾਲ ਕੁਝ ਸਮੇਂ ਬਾਅਦ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦੀ ਸ਼ਰਣੀ ਚਲੇ ਗਏ ਨੇ।
ਹੁਣ ਜਦੋਂ ਇਹ ਬਾਸਰ ਕੇ ਆਏ, ਸਾਰਾ ਪਿੰਡ ਇਕੱਠਾ ਹੋ ਕੇ ਆਇਆ ਤੇ ਬਾਬਾ ਅਮਰਦਾਸ ਜੀ ਵੀ ਆਏ। ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ, ਸਿਰ ਤੇ ਹੱਥ ਰੱਖਿਆ ਜੇਠੇ ਦੇ ਤੇ ਕਹਿਣ ਲੱਗੇ, ਮਾਈ ਬੜਾ ਚੰਗਾ ਕੀਤਾ ਹੀ ਜੇ ਇੱਥੇ ਲੈ ਆਈ ਹੈ, ਤੇ ਲਾਹੌਰ ਗੁਜ਼ਾਰਾ ਮੁਸ਼ਕਲ ਸੀ, ਚੰਗਾ ਕੀਤਾ ਹੀ। ਸਿਰ ਤੇ ਹੱਥ ਰੱਖਿਆ ਤੇ ਨਾਨੀ ਨੇ ਵੀ ਅੱਗੋਂ ਹੱਥ ਜੋੜ ਲਏ ਤੇ ਕਹਿਣ ਲੱਗੇ, ਬਾਬਾ ਜੇ ਮੇਰੇ ਦੋਹਤੇ ਦੇ ਸਿਰ ਤੇ ਅੱਜ ਹੱਥ ਰੱਖਿਆ ਹੀ ਨਾ, ਕਿਰਪਾ ਕਰੀ, ਮੈਨੂੰ ਨਹੀਂ ਪਤਾ ਮੈਂ ਕੱਲ ਰਹਿਣਾ ਕਿ ਨਹੀਂ ਰਹਿਣਾ, ਤੁਸੀਂ ਇਹ ਸਿਰ ਤੋਂ ਹੱਥ ਕਦੀ ਚੁੱਕਿਓ ਨਾ। ਤੇ ਬਾਬੇ ਅਮਰਦਾਸ ਨੇ ਚੁੱਕਿਆ ਵੀ ਨਹੀਂ ਸਾਧ ਸੰਗਤ, ਫਿਰ ਚੱਕਿਆ ਵੀ ਨਹੀਂ। ਥੋੜਾ ਸਮਾਂ ਬਾਸਰ ਕੇ ਗੁਜ਼ਾਰਿਆ, ਗੁਰੂ ਅੰਗਦ ਸਾਹਿਬ ਦੀ ਸ਼ਰਣੀ ਗਏ ਬਾਬਾ ਅਮਰਦਾਸ, ਤੇ ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਪਾ ਕੇ ਬਾਬਾ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾਇਆ। ਤੇ ਬਾਬਾ ਅਮਰਦਾਸ ਜੀ ਨੇ ਫਿਰ ਬਾਸਰਕੇ ਤੋਂ ਆਪਣੇ ਨਜ਼ਦੀਕੀਆਂ ਨੂੰ ਬੇਨਤੀ ਕੀਤੀ ਆ ਵੀ ਹੁਕਮ ਕੀਤਾ ਹੈ ਕਿ ਆਓ ਆਪਾਂ ਨੇ ਜਾ ਕੇ ਗੋਇੰਦਵਾਲ ਵਸਣਾ ਹੈ। ਉਹਨਾਂ ਦੇ ਨਜ਼ਦੀਕੀ ਫਿਰ ਬਾਸਰਕੇ ਤੋਂ ਚੱਲ ਕੇ ਗੋਇੰਦਵਾਲ ਜਾ ਕੇ ਵਸੇ ਨੇ, ਔਰ ਉਹਨਾਂ ਦੇ ਵਿੱਚੋਂ ਫਿਰ ਨਾਨੀ ਤੇ ਇਹ ਭਾਈ ਜੇਠਾ ਜੀ ਵੀ ਗੋਇੰਦਵਾਲ ਆ ਗਏ ਨੇ। ਲਾਹੌਰ ਵੀ ਕਿਰਤ ਕਰਦੇ ਸੀ, ਘੁੰਗਣੀਆਂ ਵੇਚਦੇ ਸੀ, ਬਾਸਰਕੇ ਵੀ ਕਿਰਤ ਨਹੀਂ ਛੱਡੀ, ਹੁਣ ਗੋਇੰਦਵਾਲ ਆ ਗਏ ਨੇ, ਇੱਥੇ ਵੀ ਕਿਰਤ ਕਰਨੀ ਨਹੀਂ ਛੱਡੀ, ਇੱਥੇ ਵੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ। ਉਮਰ ਆਪ ਜੀ ਦੀ 12 ਸਾਲ ਹੋ ਗਈ ਹੈ, ਜਦੋਂ ਗੋਇੰਦਵਾਲ ਆਏ ਉਮਰ 12 ਸਾਲ ਦੀ ਹੋ ਗਈ ਹੈ। ਭਾਈ ਜੇਠਾ ਜੀ 18 ਸਾਲ ਦੇ ਹੋਏ ਤੇ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣ ਗਏ ਨੇ। ਜਦੋਂ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸਰਨੀ ਸੀ, ਉਹਨਾਂ ਦੇ ਜ਼ਰੀਏ ਹੀ ਭਾਈ ਜੇਠੇ ਨੂੰ ਸਤ ਸੰਗਤ ਦਾ ਰੰਗ ਚੜ੍ਹ ਗਿਆ ਸੀ। ਤੇ ਅੱਜ ਜਦੋਂ ਬਾਬਾ ਅਮਰਦਾਸ ਗੁਰੂ ਅਮਰਦਾਸ ਬਣੇ ਨੇ ਤੇ ਭਾਈ ਜੇਠਾ ਜੀ ਆਪਣੇ ਗੁਰੂ ਦੀ ਸੇਵਾ ਵਿੱਚ ਜੁੜ ਗਏ ਨੇ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰੱਜ ਕੇ ਸੇਵਾ ਕੀਤੀ ਹੈ ਸਾਧ ਸੰਗਤ। 1552 ਦੇ ਵਿੱਚ ਬਾਬਾ ਅਮਰਦਾਸ ਜੀ ਗੁਰੂ ਬਣੇ ਨੇ ਤੇ ਉੱਥੇ ਕੁਝ ਐਸੀਆਂ ਨਿਰਾਲੀਆਂ ਖੇਡਾਂ ਵਰਤੀਆਂ ਸਾਧ ਸੰਗਤ। ਭਾਈ ਜੇਠਾ ਜੀ ਨਿਤਾ ਪ੍ਰਤੀ ਸੇਵਾ ਕਰਦੇ ਨੇ। 1553 ਆਇਆ ਹੈ, ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੁਪਤਨੀ ਮਨਸਾ ਦੇਵੀ ਜੀ ਇੱਕ ਦਿਨ ਆ ਕੇ ਉਹਨਾਂ ਨੇ ਬੇਨਤੀ ਕੀਤੀ ਆ, ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ, ਆਪਣੀ ਪੁੱਤਰੀ ਭਾਨੀ ਹੁਣ ਵਿਆਹੁਣ ਜੋਗੀ ਹੋ ਗਈ ਆ, ਕੋਈ ਵਰ ਲੱਭੀਏ। ਤੇ ਬਾਬਾ ਅਮਰਦਾਸ ਕਹਿਣ ਲੱਗੇ, ਮਨਸਾ ਦੇਵੀ ਜੀ ਫਿਰ ਦੱਸੋ ਵਰ ਕਿਹੋ ਜਿਹਾ ਚਾਹੀਦਾ। ਤੇ ਸਾਹਮਣੇ ਭਾਈ ਜੇਠਾ ਜੀ ਸੇਵਾ ਕਰ ਰਹੇ ਸੀ ਤੇ ਮਨਸਾ ਦੇਵੀ ਜੀ ਨੇ ਇਸ਼ਾਰਾ ਕਰਕੇ ਆਖਿਆ, ਕਹਿਣ ਲੱਗੇ, ਸਤਿਗੁਰੂ ਵਰ ਚਾਹੀਦਾ ਹੈ, ਜੇਠੇ ਵਰਗਾ ਚਾਹੀਦਾ ਹੈ। ਤੇ ਗੁਰੂ ਅਮਰਦਾਸ ਮੁਸਕਰਾ ਕੇ ਕਹਿਣ ਲੱਗੇ, ਮਨਸਾ ਦੇਵੀ ਜੀ ਜੇਠੇ ਵਰਗਾ ਚਾਹੀਦਾ ਹੈ, ਫਿਰ ਇੱਕ ਗੱਲ ਸੱਚ ਕਹਿ ਦਿਆਂ, ਜੇਠੇ ਵਰਗਾ ਨਹੀਂ ਮਿਲਣਾ, ਜੇਠੇ ਵਰਗਾ ਨਹੀਂ ਮਿਲਣਾ। ਜੇਠਾ ਤਾਂ ਹੋ ਸਕਦਾ ਹੈ, ਜੇਠੇ ਵਰਗਾ ਨਹੀਂ ਕੋਈ ਹੋ ਸਕਦਾ, ਕਿਉਂਕਿ ਜੇਠੇ ਵਰਗਾ ਤਾਂ ਜੇਠਾ ਹੀ ਆ ਬਸ। ਫਿਰ ਜੇਠਾ ਹੀ ਕਿਉਂ ਨਹੀਂ? ਭਾਈ ਜੇਠੇ ਜੀ ਦੇ ਨਾਲ ਉਹਨਾਂ ਦੀ ਸੁਪੁੱਤਰੀ ਦੀ ਸ਼ਾਦੀ ਤੈਅ ਕੀਤੀ ਗਈ। ਆਨੰਦ ਕਾਰਜ ਹੋਇਆ ਹੈ। ਪਹਿਲਾਂ ਬੀਬੀ ਭਾਨੀ ਜੀ ਸੇਵਾ ਅਲੱਗ ਕਰਦੇ ਸਨ, ਭਾਈ ਜੇਠਾ ਜੀ ਸੇਵਾ ਅਲੱਗ ਕਰਦੇ ਸਨ। ਹੁਣ ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ ਫਿਰ ਇਕੱਠਿਆਂ ਸੇਵਾ ਕਰਕੇ ਗੁਰੂ ਸਾਹਿਬ ਦੀ ਖੁਸ਼ੀ ਲੈਣ ਵਿੱਚ ਜੁੜ ਗਏ ਨੇ। ਇਹ ਗੱਲ ਹਮੇਸ਼ਾ ਯਾਦ ਰੱਖਿਓ ਸਾਧ ਸੰਗਤ। ਕੋਈ ਜਵਾਈ ਬਣ ਜੇ ਨਾ ਜੀ, ਉਹਦੀ ਹਵਾ ਬਦਲ ਜਾਂਦੀ ਆ ਨਾ। ਫਿਰ ਇੰਝ ਜਾਂਦਾ ਪਤਾ ਨਹੀਂ ਕਿੰਨੇ ਰਾਜਾਂ ਦਾ ਮਾਲਕ ਹੈ। ਪਰ ਭਾਈ ਜੇਠੇ ਨੇ ਕਦੀ ਵੀ ਗੁਰੂ ਅਮਰਦਾਸ ਨੂੰ ਸਹੁਰਾ ਨਹੀਂ ਸਮਝਿਆ, ਗੁਰੂ ਜਾਣ ਕੇ ਹੀ ਸੇਵਾ ਕੀਤੀ ਹੈ। ਗੁਰੂ ਜਾਣ ਕੇ ਸੇਵਾ ਕਰਦੇ ਨੇ। ਤੇ ਕੁਝ ਸਾਡੇ ਇਤਿਹਾਸ ਦੇ ਵਿੱਚ ਕਿੱਸੇ ਵੀ ਆਏ ਨੇ, ਮੈਂ ਥੋੜ੍ਹਾ ਸਾਰਾ ਇਤਿਹਾਸ ਨਹੀਂ ਸੁਣਾਉਣਾ, ਥੋੜ੍ਹੇ ਜਿਹੇ ਜ਼ਰੂਰੀ ਪ੍ਰਕਰਨ ਕਹਿ ਕੇ ਨਾ ਮੈਂ, ਕਿਉਂਕਿ ਮੈਨੂੰ ਗੁਰਬਾਣੀ 'ਚੋਂ ਕਥਾ ਕਰਨ ਦੀ ਬੜਾ ਮਜ਼ਾ ਆਉਂਦਾ ਸਾਧ ਸੰਗਤ। ਗੱਲ ਆਪਾਂ ਗੁਰਬਾਣੀ 'ਤੇ ਲੈ ਕੇ ਆਉਣੀ ਹੈ ਸਾਧ ਸੰਗਤ, ਅਤੇ ਸਿੱਖ ਕੇ ਜਾਣਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਕੀ ਸਿਖਾਉਂਦੇ ਨੇ। ਸਾਧ ਸੰਗਤ ਜੀਓ, ਜਿਹੜਾ ਭਾਈ ਜੇਠਾ ਭਾਵੇਂ ਅੱਜ ਜਵਾਈ ਬਣ ਗਿਆ ਹੈ, ਪਰ ਸਿਰ 'ਤੇ ਟੋਕਰੀਆਂ ਚੱਕ ਕੇ ਸੇਵਾ ਕਰਦਾ ਹੈ। ਬੌਲੀ ਸਾਹਿਬ ਦੀ ਸੇਵਾ ਹੋ ਰਹੀ ਆ ਜੀ, ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਆ, ਤੇ ਗੁਰੂ ਅਮਰਦਾਸ ਜੀ ਨੇ ਭਾਈ ਜੇਠੇ ਨੂੰ ਪ੍ਰਬੰਧ ਦੀ ਸੇਵਾ ਦਿੱਤੀ ਹੈ। ਭਾਵੇਂ ਪ੍ਰਬੰਧ ਵੀ ਸਾਂਭਦੇ ਨੇ, ਪਰ ਫਿਰ ਵੀ ਭਾਈ ਜੇਠਾ ਜੀ ਪ੍ਰਬੰਧ ਸਾਂਭਣ ਦੇ ਨਾਲ ਨਾਲ ਟੋਕਰੀ ਸਿਰ 'ਤੇ ਚੁੱਕਦੇ ਨੇ, ਔਰ ਮਿੱਟੀ ਢੋਣ ਦੀ ਸੇਵਾ ਨਹੀਂ ਉਹਨਾਂ ਨੇ ਛੱਡੀ। ਸੇਵਾ ਤਾਂ ਵੀ ਕਰਦੇ ਨੇ। ਤੇ ਸਾਡੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਕਹਿੰਦੇ ਨੇ ਲਾਹੌਰ ਤੋਂ ਆਪ ਜੀ ਦੇ ਸ਼ਰੀਕੇ, ਆਪ ਜੀ ਦੇ ਰਿਸ਼ਤੇਦਾਰ ਸੋਢੀ ਚੱਲੇ ਨੇ ਸਾਧ ਸੰਗਤ, ਤੀਰਥਾਂ ਨੂੰ ਚੱਲੇ ਨੇ। ਤੇ ਸੋਚਿਆ ਵੀ ਗੋਇੰਦਵਾਲ ਲੰਘਦੇ ਜਾਣੇ, ਗੋਇੰਦਵਾਲ ਹੋ ਚੱਲੀਏ, ਜੇਠੇ ਨੂੰ ਮਿਲ ਚੱਲੀਏ।
ਆ ਧਿਆਨ ਦਿਓ ਸਾਧ ਸੰਗਤ, ਕਦੀ ਉਹ ਨਤਾਣਾ ਸੀ, ਕਦੀ ਉਹ ਅਨਾਥ ਸੀ, ਕਦੀ ਉਹਨੂੰ ਬਦਕਿਸਮਤ ਕਹਿੰਦੇ ਸਨ ਤੇ ਲੋਕੀ ਕਹਿੰਦੇ ਸੀ ਅਸੀਂ ਇਹਨੂੰ ਜਾਣਦੇ ਵੀ ਨਹੀਂ। ਇਹ ਸੱਚਾਈ ਆ ਸਾਧ ਸੰਗਤ। ਜਦੋਂ ਕਿਸੇ ਦੇ ਪੱਲੇ ਕੁਝ ਵੀ ਨਾ ਹੋਵੇ ਤੇ ਨੇੜੇ ਦੇ ਰਿਸ਼ਤੇਦਾਰ ਵੀ ਕਹਿ ਦਿੰਦੇ ਨੇ ਮੈਂ ਨਹੀਂ ਇਹਨੂੰ ਜਾਣਦਾ। ਤੇ ਜਦੋਂ ਕੋਈ ਅਗਲਾ ਬੰਦਾ ਕਿਸੇ ਪਦਵੀ ਤੇ ਪਹੁੰਚ ਜਾਵੇ ਨਾ, ਫਿਰ ਦੂਰ ਤੋਂ ਦੂਰ ਦੇ ਰਿਸ਼ਤੇਦਾਰ ਵੀ ਕਹਿੰਦੇ ਮੇਰੇ ਫੁੱਫੜ ਦੇ ਭਾਣਜੇ ਦਾ ਭਤੀਜਾ ਜੀ। ਇੰਝ ਹੀ ਹੁੰਦਾ ਨਾ, ਰਿਸ਼ਤੇ ਕੱਢ ਦੇ ਕਿ ਕਿਸੇ ਨਾ ਕਿਸੇ ਢੰਗ ਨਾਲ ਰਿਸ਼ਤੇ ਕੱਢ ਲਈਏ। ਉਦੋਂ ਕਦੀ ਕਿਸੇ ਨੇ ਜੇਠੇ ਨੂੰ ਪੁੱਛਿਆ ਵੀ ਨਹੀਂ ਸੀ, ਪਰ ਅੱਜ ਪਤਾ ਲੱਗਾ ਹੈ ਨਾ ਕਿ ਜੇਠੇ ਦਾ ਨਾਤਾ ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਅਮਰਦਾਸ ਜੀ ਨਾਲ ਹੋ ਗਿਆ ਹੈ। ਤੇ ਅੱਜ ਸੋਚਦੇ ਨੇ ਅੱਜ ਰਿਸ਼ਤੇਦਾਰੀ ਕੱਢਦੇ ਚੱਲੀਏ। ਗੋਇੰਦਵਾਲ ਸਾਹਿਬ ਆਏ ਨੇ, ਪਰ ਅੱਗੋਂ ਦੇਖ ਕੇ ਹੈਰਾਨ ਹੋਏ। ਸੋਚਿਆ ਸੀ ਕਿ ਜੇਠਾ ਜਵਾਈ ਬਣ ਗਿਆ ਤੇ ਬੜੀ ਠਾਠ ਬਾਠ ਦੇ ਵਿੱਚ ਰਹਿੰਦਾ ਹੋਵੇਗਾ, ਥੋੜੀ ਜੀ ਇੱਜ਼ਤ ਅਸੀਂ ਵੀ ਲੈਂਦੇ ਜਾਵਾਂਗੇ। ਪਰ ਅੱਗੋਂ ਦੇਖਿਆ ਜਿਹੜਾ ਜੇਠਾ ਅੱਜ ਜਵਾਈ ਬਣ ਗਿਆ ਹੈ ਨਾ, ਉਹ ਭਾਈ ਜੇਠਾ ਸਿਰ ਤੇ ਟੋਕਰੀਆਂ ਚੁੱਕ ਕੇ ਸੇਵਾ ਕਰ ਰਿਹਾ ਹੈ। ਤੇ ਇਹ ਬਹਾਨਾ ਮਿਲ ਗਿਆ ਜੀ। ਦੌੜ ਕੇ ਆਏ ਤੇ ਕਹਿਣ ਲੱਗੇ ਜੇਠਿਆ ਆ ਕੀ ਕਰਨ ਦਿਆਂ ਵੇ ਜੇਠਿਆ, ਅਸੀਂ ਤਾਂ ਸੋਚਿਆ ਸੀ ਤੂੰ ਜਵਾਈ ਬਣਿਆ ਬੜੀ ਠਾਠ ਬਾਠ ਨਾਲ ਰਹਿੰਦਾ ਹੋਵੇਂਗਾ, ਸੋਢੀਆਂ ਦਾ ਮੁੰਡਾ ਹੋ ਕੇ ਤੇ ਜਵਾਈ ਹੋ ਕੇ ਤੂੰ ਆਪਣੇ ਸਹੁਰਿਆਂ ਦੇ ਘਰ ਮਜ਼ਦੂਰੀ ਕਰਨ ਦਿਆ, ਟੋਕਰੀਆਂ ਢੋਣ ਦਿਆ। ਤੇ ਇੰਨਾ ਹੀ ਨਹੀਂ, ਚਲੋ ਜੇਠੇ ਨੂੰ ਤਾਨੇ ਮਾਰਨੇ ਸੀ ਤੇ ਮਾਰੇ। ਇੱਕ ਨਾ ਗੁਰਬਾਣੀ 'ਚ ਫਰਮਾਨ ਆਉਂਦਾ ਜੀ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇਹ ਨਾ ਅੱਜ ਸੁਬਾਹ ਹੀ ਮੇਰੇ ਮਨ 'ਚ ਵਿਚਾਰ ਆ ਰਹੀ ਸੀ, ਬੜੀ ਧਿਆਨ ਦੇ ਕੇ ਸੁਣਿਓ ਸਾਧ ਸੰਗਤ। ਇੱਕ ਹੁੰਦਾ ਕੌੜਾ ਬੋਲਣਾ, ਇੱਕ ਹੁੰਦਾ ਫਿੱਕਾ ਬੋਲਣਾ। ਫਿੱਕਾ ਬੋਲਣ ਦੀ ਗੱਲ ਆਈ ਹੈ ਨਾ, ਤਾਂ ਗੁਰੂ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣਾ ਕੀ ਹੁੰਦਾ ਹੈ? ਕਿਸੇ ਨੂੰ ਗੱਲ ਉਹਨੂੰ ਤਾਨੇ ਮਾਰ ਮਾਰ ਕੇ ਦਰਸਾਉਣੀ। ਤੂੰ ਵੱਡਾ ਵੱਡਾ ਬਣਿਆ ਫਿਰਦਾ ਅੰਮ੍ਰਿਤ ਧਾਰੀ, ਤੇਰੇ ਤੋਂ ਤਾਂ ਉੱਠੇ ਨਹੀਂ, ਲੈ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਵੱਡਾ ਅੰਮ੍ਰਿਤ ਧਾਰੀ। ਇਹ ਫਿੱਕਾ ਬੋਲਣਾ, ਇਹਨੂੰ ਕਹਿੰਦੇ ਫਿੱਕਾ ਬੋਲਣਾ। ਤੇ ਇੱਕ ਬੋਲ ਹੁੰਦਾ ਹੈ ਕੌੜਾ, ਔਰ ਅਕਸਰ ਕੌੜਾ ਬੋਲ ਕੋਈ ਬੋਲਦਾ ਨਹੀਂ ਹੁੰਦਾ। ਅਕਸਰ ਮੈਂ ਕਹਿ ਰਿਹਾ, ਬੋਲਦੇ ਵੀ ਨੇ ਕਈ ਕੌੜਾ, ਪਰ ਕਈ ਵਾਰੀ ਕੋਈ ਕੌੜਾ ਬੋਲਦਾ ਨਹੀਂ ਹੁੰਦਾ, ਪਰ ਕੌੜਾ ਕਈਆਂ ਨੂੰ ਲੱਗ ਜਾਂਦਾ ਹੈ ਸਾਧ ਸੰਗਤ। ਹੋ ਸਕਦਾ ਮੈਂ ਕਥਾ ਕਰਨ ਤੋਂ ਪਹਿਲਾਂ ਬੇਨਤੀ ਕੀਤੀ ਸੀ ਨਾ, ਹੋ ਸਕਦਾ ਕਈਆਂ ਨੂੰ ਕੌੜਾ ਲੱਗਿਆ ਹੋਵੇ। ਭਲਾ ਕਿਉਂ? ਕੌੜਾ ਪਤਾ ਕਦੋਂ ਲੱਗਦਾ ਹੈ? ਰੋਟੀ ਚੋਪੜ ਕੇ ਜਦੋਂ ਮੈਂ ਬੜੀ ਸਵਾਦ ਨਾਲ ਖਾਣਾ ਨਾ, ਬੜੀ ਸਵਾਦ ਲੱਗਦੀ ਆ। ਤੇ ਉਹੀ ਬੰਦਾ ਜਿਹੜੇ ਬੜੇ ਸਵਾਦਾਂ ਨਾਲ ਚੋਪੜੀਆਂ ਖਾਇਆ ਕਰਦਾ ਸੀ ਨਾ, ਅੱਜ ਬਿਮਾਰ ਹੋ ਗਿਆ, ਅੱਜ ਉਹਨੂੰ ਰੋਟੀ ਕੌੜੀ ਲੱਗਣ ਦਈ ਆ। ਜਿਹਨੂੰ ਕੋਈ ਚੀਜ਼ ਕੌੜੀ ਲੱਗਣ ਲੱਗ ਪਵੇ ਨਾ, ਇਹਦਾ ਮਤਲਬ ਪਤਾ ਕੀ ਹੋਇਆ? ਉਹਨੂੰ ਕੋਈ ਨੁਕਸ ਪੈ ਗਿਆ ਜੇ। ਕਿਸੇ ਦੇ ਸਰੀਰ ਨੂੰ ਨੁਕਸ ਪੈ ਜਾਵੇ, ਉਹਨੂੰ ਰੋਟੀ ਕੌੜੀ ਲੱਗਣ ਲੱਗ ਜਾਂਦੀ ਆ। ਜਿਹਦੇ ਮਨ ਨੂੰ ਨੁਕਸ ਪੈ ਜਾਵੇ ਨਾ, ਉਹਨੂੰ ਕਈ ਵਾਰੀ ਚੰਗੇ ਬੋਲ ਵੀ ਕੌੜੇ ਲੱਗਣ ਲੱਗ ਪੈਂਦੇ ਨੇ। ਕਈ ਵਾਰੀ ਕੋਈ ਕੌੜਾ ਬੋਲਦਾ ਨਹੀਂ ਹੈਗਾ। ਹੁਣ ਗੁਰਬਾਣੀ ਕਹਿੰਦੀ ਹੈ ਨਾ, ਰੇ ਮੂੜੇ ਤੂੰ ਹੋਛੇ ਰਸ ਲਪਟਾਇਓ। ਉਹ ਮੂਰਖਾ, ਤੂੰ ਕਿਹੜੇ ਰਸ ਦੇ ਵਿੱਚ ਪੈ ਗਿਆ? ਤੇ ਇਹ ਕਈਆਂ ਨੂੰ ਹਨਾਮ ਭਾਸ਼ਾ ਵਿੱਚ ਕਹੀਏ ਲੈ ਕੌੜਾ ਬੋਲਣ ਦੇ। ਕੌੜਾ ਨਹੀਂ ਹੈਗਾ ਸਾਧ ਸੰਗਤ। ਹਾਂ, ਜਿਹੜਾ ਹੋਰਨਾਂ ਰਸਾਂ 'ਚ ਪੈ ਗਿਆ ਉਹਨੂੰ ਕੌੜਾ ਜ਼ਰੂਰ ਲੱਗੇਗਾ, ਪਰ ਜਿਹੜਾ ਉਹਦੇ ਰਸ ਵਿੱਚ ਮਗਨ ਹੈ ਉਹ ਤਾਂ ਫਿਰ ਬੋਲ ਕੇ ਕਹੇਗਾ ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਗਿਆ। ਉਹਨੂੰ ਕੌੜਾ ਨਹੀਂ ਲੱਗਣਾ, ਉਹਨੂੰ ਮਿੱਠਾ ਲੱਗੇਗਾ। ਉਹਨੂੰ ਸੱਚੇ ਬੋਲ ਮਿੱਠੇ ਲੱਗਦੇ ਨੇ, ਭਾਵੇਂ ਕੋਈ ਵੀ ਗੁਰਸਿੱਖ ਸੁਣਾ ਦੇਵੇ। ਪਰ ਇਹ ਰਿਸ਼ਤੇਦਾਰ ਫਿੱਕਾ ਬੋਲਦੇ ਨੇ। ਜੇਠਿਆ ਤੂੰ ਸਿਰ 'ਚ ਮਿੱਟੀ ਪਵਾਉਣ ਦਿਆਂ, ਜਵਾਈ ਹੋ ਕੇ ਮਜ਼ਦੂਰੀ ਕਰਨ ਦਿਆਂ। ਜੇ ਇਹੀ ਕੰਮ ਕਰਨਾ ਸੀ ਤੇ ਲਾਹੌਰ ਹੀ ਕਰ ਲੈਂਦਾ। ਤੇ ਇੰਨਾ ਹੀ ਨਹੀਂ, ਗੁਰੂ ਅਮਰਦਾਸ ਜੀ ਕੋਲ ਵੀ ਪਹੁੰਚ ਗਏ ਨੇ ਤੇ ਜਾ ਕੇ ਕਹਿਣ ਲੱਗੇ ਵੀ ਪਾਤਸ਼ਾਹ ਅਸੀਂ ਤੁਹਾਨੂੰ ਦੀਨ ਦੁਨੀਆ ਦਾ ਪਾਤਸ਼ਾਹ ਸਮਝਦੇ ਹਾਂ, ਤੇ ਤੁਸੀਂ ਸਾਡੇ ਮੁੰਡੇ ਨੂੰ ਜਵਾਈ ਬਣਾ ਕੇ ਉਹਦੇ ਤੋਂ ਮਜ਼ਦੂਰੀ ਕਰਾਉਂਦੇ ਪਏ ਹੋ। ਤੇ ਤੁਹਾਨੂੰ ਪਤਾ ਇੰਨੇ ਨੂੰ ਪਿੱਛੇ ਭਾਈ ਜੇਠਾ ਵੀ ਭੱਜੇ ਆਏ ਤੇ ਦੌੜ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਢਹਿ ਪਏ ਤੇ ਹੱਥ ਜੋੜ ਕੇ ਕਹਿਣ ਲੱਗੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਓ, ਇਹਨਾਂ ਨੂੰ ਸਮਝ ਨਹੀਂ ਹੈ ਕੀ ਕਹਿ ਰਹੇ ਨੇ। ਇਹ ਮੈਂ ਜਾਣਦਾ ਹਾਂ, ਤੁਸੀਂ ਜਾਣਦੇ ਹੋ, ਰਤੜੇ ਸਿੱਖ ਜਾਣਦੇ ਨੇ ਕਿ ਮੈਂ ਕੈਸੇ ਕੌਤਕ ਮਾਣ ਰਿਹਾ ਹੈ। ਇਹਨਾਂ ਨੂੰ ਨਹੀਂ ਪਤਾ ਇਹ ਕੀ ਕਹਿ ਰਹੇ ਨੇ, ਕਿਰਪਾ ਕਰਕੇ ਇਹਨਾਂ ਨੂੰ ਬਖਸ਼ ਦਿਓ। ਗੁਰੂ ਅਮਰਦਾਸ ਜੀ ਉੱਠੇ, ਜੇਠੇ ਨੂੰ ਮੋਢੇ ਤੋਂ ਚੱਕਿਆ, ਗਲਵੱਕੜੀ ਨਾਲ ਲਾਇਆ ਹੈ ਤੇ ਬੋਲ ਕੇ ਉਹਦੇ ਰਿਸ਼ਤੇਦਾਰਾਂ ਨੂੰ ਕਹਿਣ ਲੱਗੇ ਭਲਿਓ ਤੁਸੀਂ ਇਹ ਨਾ ਸੋਚਿਓ ਕਿ ਜੇਠੇ ਨੇ ਸਿਰ ਤੇ ਟੋਕਰੀ ਚੁੱਕੀ, ਇਹਦੇ ਸਿਰ ਤੇ ਤਾਂ ਛਤਰ ਝੁੱਲਦੇ ਪਏ ਨੇ। ਅੱਜ ਤੁਸੀਂ ਦੇਖੋ ਝੁੱਲਦੇ ਨੇ ਨਾ ਉਸੇ ਗੁਰੂ ਰਾਮਦਾਸ ਦੇ ਸਿਰ ਤੇ ਛਤਰ। ਤੇ ਸਾਡੇ ਕਈ ਪ੍ਰਚਾਰਕ ਵੀ ਕਹਿੰਦੇ ਹੁੰਦੇ ਆ ਨਾ, ਵੇਖੋ ਛਤਰ ਵੀ ਕੇਵਲ ਛਤਰ ਹੀ ਨਹੀਂ ਝੁੱਲਦੇ ਪਏ, ਛਤਰ ਦੇਖੋ ਕਿਵੇਂ ਝੁੱਲਦੇ ਪਏ ਨੇ।
ਤੁਸੀਂ ਦੇਖ ਲਓ ਵੀ ਲੋਕਾਂ ਦੀ ਇੰਨੀ ਸ਼ਰਧਾ ਵੀ ਅਸੀਂ ਛਤਰ ਚਲਾਉਣੇ ਨੇ ਤੇ ਸਾਲਾਂ ਬੱਧੀ ਵਾਰੀਆਂ ਉਡੀਕਦੇ ਨੇ ਵੀ ਸਾਡੀ ਕਦੋਂ ਵਾਰੀ ਆਉਣੀ ਆ, ਜਦੋਂ ਸਾਡੇ ਭੇਟਾ ਕੀਤੇ ਛਤਰ ਗੁਰੂ ਰਾਮਦਾਸ ਦੇ ਸਿਰ ਤੇ ਝੁੱਲਣਗੇ। ਭਲਿਓ ਇਹਦੇ ਸਿਰ ਤੇ ਟੋਕਰੀ ਨਹੀਂ ਛਤਰ ਝੁੱਲਦੇ ਪਏ ਨੇ। ਪਰ ਇੱਥੇ ਭਾਈ ਜੇਠੇ ਨੇ ਵੀ ਦਿਖਾਤਾ ਨਿਮਰਤਾ ਕੀ ਹੁੰਦੀ ਆ, ਸਮਰਪਤਾ ਕੀ ਹੁੰਦੀ ਆ। ਸਮਾਂ ਵੱਧ ਰਿਹਾ, ਮੈਂ ਹੁਣ ਪ੍ਰਕਰਨ ਨੂੰ ਸੰਕੋਚ ਕੇ ਗੁਰਬਾਣੀ ਵਾਲੇ ਪੱਖ ਤੇ ਆਉਣਾ ਚਾਹੁੰਦਾ। ਸਾਧ ਸੰਗਤ, ਇਹ ਭਾਈ ਜੇਠੇ ਨੂੰ ਕੇਵਲ ਟੋਕਰੀਆਂ ਹੀ ਨਹੀਂ ਚੁੱਕਣੀਆਂ ਆਉਂਦੀਆਂ, ਇਹ ਭਾਈ ਜੇਠੇ ਨੂੰ ਕੇਵਲ ਘੁੰਗਣੀਆਂ ਹੀ ਨਹੀਂ ਵੇਚਣੀਆਂ ਆਉਂਦੀਆਂ। ਲੋੜ ਪਵੇ ਤੇ ਵੱਡੇ ਵੱਡੇ ਪੰਡਤਾਂ ਦੇ ਸਾਹਮਣੇ ਇਸ ਜੇਠੇ ਨੂੰ ਦਲੀਲਾਂ ਵੀ ਦੇਣੀਆਂ ਆਉਂਦੀਆਂ। ਸਾਧ ਸੰਗਤ, ਦਲੀਲਾਂ ਵੀ ਦੇਣੀਆਂ ਆਉਂਦੀਆਂ। ਮੈਂ ਮਾਫੀ ਮੰਗ ਲਿਆ, ਥੋੜਾ ਜਿਹਾ 5-7 ਮਿੰਟ ਮਾਫ ਕਰ ਦਿਓ ਜੀ। ਸਾਧ ਸੰਗਤ, ਕਰ ਲੈਣ ਦਿਓ ਪ੍ਰਕਰਨ ਪੂਰਾ। ਜਿਹੜੀ ਸੰਗਤ ਦੀਆਂ ਰੀਝਾਂ ਨਾ ਸਮੇਂ ਚ ਲਾ ਦਿਓ। ਚਲੋ, ਇਹ ਭਾਈ ਜੇਠੇ ਨੂੰ ਨਾ ਜੀ ਵਕਾਲਤਾਂ ਵੀ ਕਰਨੀਆਂ ਆਉਂਦੀਆਂ ਨੇ। ਕੋਈ ਡਿਗਰੀ ਨਹੀਂ ਉਹਨਾਂ ਦੇ ਕੋਲ, ਕੋਈ ਬਹੁਤੀਆਂ ਪੜ੍ਹਾਈਆਂ ਨਹੀਂ, ਬਚਪਨ ਘੁੰਗਣੀਆਂ ਵੇਚਦਿਆਂ ਗੁਜ਼ਰਿਆ। ਪਰ ਉਹ ਭਾਈ ਜੇਠਾ ਜਦੋਂ ਦਲੀਲਾਂ ਦਿੰਦਾ ਹੈ, ਵੱਡੇ ਵੱਡੇ ਪੰਡਤਾਂ ਦੀਆਂ ਵੀ ਜ਼ੁਬਾਨਾਂ ਬੰਦ ਹੋ ਜਾਂਦੀਆਂ ਨੇ। ਕਹਿੰਦੇ ਨੇ ਕਿ ਗੁਰੂ ਘਰ ਦੇ ਕੁਝ ਵਿਰੋਧੀ ਖੜੇ ਹੋ ਗਏ, ਉਹਨਾਂ ਨੂੰ ਸੰਗਤ ਦਾ ਸਿਧਾਂਤ ਚੰਗਾ ਨਹੀਂ ਲੱਗਿਆ, ਉਹਨਾਂ ਨੂੰ ਪੰਗਤ ਦਾ ਸਿਧਾਂਤ ਚੰਗਾ ਨਹੀਂ ਲੱਗਿਆ, ਵਰਨ ਵੰਡ ਖਤਮ ਕਰਨ ਦੇ ਸਿਧਾਂਤ ਚੰਗੇ ਨਹੀਂ ਲੱਗੇ। ਸ਼ਿਕਾਇਤਾਂ ਗਈਆਂ, ਕਦੀ ਲਾਹੌਰ ਦੇ ਨਵਾਬ ਕੋਲ, ਕਦੀ ਅਕਬਰ ਕੋਲ, ਤੇ ਬੜੀਆਂ ਸ਼ਿਕਾਇਤਾਂ ਕਰਨ ਤੋਂ ਬਾਅਦ ਨਾ ਜੀ ਫਿਰ ਅਕਬਰ ਭਾਵੇਂ ਪਹਿਲਾਂ ਉਹਨੇ ਅਣਗੌਲਿਆਂ ਕਰਤਿਆ, ਪਰ ਜਦੋਂ ਇਹ ਸਾਰੇ ਵਿਰੋਧੀਆਂ ਨੇ ਪਹਿਲੇ ਗੋਂਦੇ ਦੇ ਪੁੱਤਰ, ਕਿਉਂਕਿ ਪ੍ਰਕਰਨ ਲੰਮਾ ਹੈ ਮੈਂ ਸਾਰਾ ਨਹੀਂ ਸੁਣਾਉਣਾ, ਪਹਿਲਾਂ ਗੋਂਦੇ ਦੇ ਪੁੱਤਰ ਦੇ ਰਾਹੀਂ ਉਹ ਸਾਜ਼ਿਸ਼ਾਂ ਖੇਡੀਆਂ, ਫਿਰ ਪਤਾ ਲੱਗਾ ਨਾ ਵੀ ਦਾਲ ਨਹੀਂ ਗਲੀ। ਇਹ ਵਿਰੋਧੀ ਖੁਦ ਅਕਬਰ ਦੇ ਦਰਬਾਰ ਵਿੱਚ ਸ਼ਾਮਲ ਹੋਏ ਨੇ, ਉੱਥੇ ਪਹੁੰਚੇ ਨੇ, ਸ਼ਿਕਾਇਤ ਕੀਤੀ ਆ ਕਿ ਗੁਰੂ ਘਰ ਸਾਡੇ ਹਿੰਦੂ ਧਰਮ ਦਾ ਨੁਕਸਾਨ ਕਰ ਰਿਹਾ, ਇਹਨਾਂ ਨੇ ਵਰਨ ਵੰਡ ਖਤਮ ਕੀਤਾ ਹੈ, ਇਹਨਾਂ ਨੇ ਸੰਸਕ੍ਰਿਤ ਭਾਸ਼ਾ ਛੱਡ ਕੇ ਆਮ ਭਾਸ਼ਾ ਦੇ ਵਿੱਚ ਗੀਤ ਗਾ ਰਹੇ ਨੇ, ਇਹ ਲੋਕ ਦੇਵ ਬਾਣੀ ਛੱਡ ਕੇ ਲੋਕ ਬੋਲੀ ਦੇ ਵਿੱਚ ਗੀਤ ਗਾ ਰਹੇ ਨੇ। ਇਹ ਸ਼ਿਕਾਇਤਾਂ ਲਿਖੀਆਂ ਜੀ ਸਾਡੇ ਇਤਿਹਾਸ ਵਿੱਚ। ਕਹਿੰਦੇ ਨੇ ਵੀ ਅਸੀਂ ਤ੍ਰੈ ਕਾਲ ਸੰਧਿਆ ਮੰਨਦੇ ਆ, ਇਹ ਉਹਦਾ ਖੰਡਨ ਕਰਦੇ ਨੇ। ਅਸੀਂ ਮੂਰਤੀ ਪੂਜਾ ਕਰਦੇ ਆ, ਇਹ ਉਹਦਾ ਖੰਡਨ ਕਰਦੇ ਨੇ। ਅਸੀਂ ਸ਼ਰਾਧ ਕਰਾਉਂਦੇ ਆ, ਇਹ ਉਹਦਾ ਖੰਡਨ ਕਰਦੇ ਨੇ। ਅਕਬਰ ਨੇ ਫਿਰ ਬੇਨਤੀ ਭੇਜ ਦਿੱਤੀ ਗੁਰੂ ਅਮਰਦਾਸ ਜੀ ਨੂੰ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ ਆ ਕੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਵਕੀਲ ਦੇ ਤੌਰ ਤੇ ਭਾਈ ਜੇਠੇ ਨੂੰ ਭੇਜਿਆ। ਵਕੀਲ, ਇਹੀ ਮੁਕੱਦਮੇ ਸੀ, ਇਹਨੂੰ ਹੀ ਵਕਾਲਤਾਂ ਕਹਿੰਦੇ ਨੇ ਨਾ। ਅੱਜ ਕਈ ਵਕਾਲਤ ਪੜ੍ਹ ਕੇ ਵੀ ਉਹਨਾਂ ਨੂੰ ਨਾ ਅਦਾਲਤਾਂ 'ਚ ਦਲੀਲਾਂ ਨਹੀਂ ਦੇਣੀਆਂ ਆਉਂਦੀਆਂ। ਬੈਠੇ ਕਈ ਇੰਨੇ ਇੰਨੇ ਡਿਗਰੀਆਂ ਕਰਕੇ ਵਕੀਲ ਕਚਹਿਰੀਆਂ 'ਚ ਇੰਨੇ ਇੰਨੇ ਸਾਲ ਲੱਗ ਜਾਂਦੇ, ਐਡਵੋਕੇਟ ਬਣ ਜਾਂਦੇ ਆ। ਇਹ ਜੇਠਾ ਤਾਂ ਘੁੰਗਣੀਆਂ ਵੇਚਦਾ ਰਿਹਾ ਹੈ, ਇਹ ਭਾਈ ਜੇਠਾ ਤਾਂ ਸਿਰ ਤੇ ਟੋਕਰੀਆਂ ਚੁੱਕਦਾ ਰਿਹਾ ਹੈ। ਅੱਜ ਵਕੀਲ ਦੇ ਤੌਰ ਤੇ ਅਕਬਰ ਦੇ ਦਰਬਾਰ 'ਚ ਗਏ ਨੇ। ਤੇ ਇਹ ਬੇਨਤੀ ਕਰਦੇ ਹਾਂ ਸਾਧ ਸੰਗਤ, ਜਿੱਥੇ ਬਹੁਤਾਤ ਵਿਰੋਧੀਆਂ ਦੀ ਹੋਵੇ ਨਾ, ਵੱਡੇ ਤੋਂ ਵੱਡੇ ਪ੍ਰਚਾਰਕ ਵੀ ਉੱਥੇ ਜਾਣੋਂ ਡਰਦੇ ਨੇ। ਉਂਝ ਕਹਿਣਗੇ ਆਓ ਗੋਸ਼ਟੀਆਂ ਕਰੋ, ਪਰ ਪਤਾ ਲੱਗਾ ਨਾ ਵੀ ਉਹ ਸਾਰੇ ਤੇ ਮੈਂ ਇਕੱਲਾ, ਤੇ ਉਹ ਵੀ ਕਈ ਵਾਰੀ ਮੁੱਕਰ ਜਾ, ਵੱਡੇ ਵੱਡੇ ਪ੍ਰਚਾਰਕ ਵੀ ਮੁੱਕਰ ਜਾਂਦੇ ਨੇ ਜੀ। 23 ਸਾਲ ਦਾ ਭਾਈ ਜੇਠਾ ਇਕੱਲਾ, ਤੇ ਉਧਰ ਪਤਾ ਨਹੀਂ ਕਿੱਡੀ ਭੀੜ ਲੱਗੀ ਹੋਈ ਉਹਨਾਂ ਪੰਡਤਾਂ ਦੀ, ਵਿਦਵਾਨਾਂ ਦੀ, ਬ੍ਰਾਹਮਣਾਂ ਦੀ, ਇਕੱਠੇ ਹੋ ਗਏ ਤੇ ਸ਼ਿਕਾਇਤ ਕੀਤੀ ਆ। ਭਾਈ ਜੇਠਾ ਜੀ ਜਸਟੀਫਿਕੇਸ਼ਨ, ਪੰਥ ਦੀ ਜਸਟੀਫਿਕੇਸ਼ਨ ਦੇਣ ਪਹੁੰਚੇ ਤੇ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਹੈ। ਉਹਨਾਂ ਨੇ ਸ਼ਿਕਾਇਤ ਕੀਤੀ, ਕਹਿਣ ਲੱਗੇ ਵੀ ਗੁਰੂ ਘਰ ਸਾਡੇ ਧਰਮ ਦਾ ਨੁਕਸਾਨ ਕਰ ਰਿਹਾ ਹੈ। ਕਿਉਂ? ਕਿਉਂਕਿ ਇੱਕੋ ਪੰਗਤ ਦੇ ਵਿੱਚ ਇਹ ਬ੍ਰਾਹਮਣਾਂ ਨੂੰ ਵੀ ਬਿਠਾਉਂਦੇ ਨੇ, ਉਸੇ ਪੰਗਤ ਦੇ ਵਿੱਚ ਇਹ ਸ਼ੂਦਰ ਨੂੰ ਵੀ ਬਿਠਾਉਂਦੇ ਨੇ, ਇਹ ਸਾਡੇ ਧਰਮ ਦਾ ਨੁਕਸਾਨ ਕਰ ਰਹੇ ਨੇ। ਤੇ ਭਾਈ ਜੇਠਾ ਨੇ ਬੜੀ ਦਲੀਲ ਦਿੱਤੀ ਤੇ ਕਹਿਣ ਲੱਗੇ ਨੁਕਸਾਨ ਅਸੀਂ ਨਹੀਂ ਕਰ ਰਹੇ, ਨੁਕਸਾਨ ਤਾਂ ਇਹ ਖੁਦ ਆਪਣਾ ਕਰ ਰਹੇ ਨੇ। ਧਰਮ ਸਿਖਾਉਂਦਾ ਇੱਕ ਹੋਣਾ, ਧਰਮ ਸਿਖਾਉਂਦਾ ਸਰਬੱਤ ਦਾ ਭਲਾ ਕਰਨਾ, ਧਰਮ ਸਿਖਾਉਂਦਾ ਪ੍ਰੇਮ ਕਰਨਾ, ਧਰਮ ਨਫ਼ਰਤ ਨਹੀਂ ਸਿਖਾਉਂਦਾ, ਧਰਮ ਵੰਡਣਾ ਨਹੀਂ ਸਿਖਾਉਂਦਾ, ਧਰਮ ਤਾਂ ਇੱਕ ਕਰਨਾ ਸਿਖਾਉਂਦਾ ਹੈ। ਤੇ ਜਿਹੜੇ ਲੋਕ ਧਰਮ ਦੇ ਨਾਮ ਹੇਠ ਲੋਕਾਂ ਨੂੰ ਵੰਡ ਰਹੇ ਨੇ ਕਿ ਇਹ ਬ੍ਰਾਹਮਣ, ਇਹ ਸ਼ੂਦਰ, ਇਹ ਖੱਤਰੀ, ਇਹ ਵੈਸ਼, ਇਹ ਉੱਚੀ ਜਾਤ ਦਾ, ਇਹ ਨੀਵੀਂ ਜਾਤ ਦਾ, ਵੰਡਣ ਵਾਲੇ ਕਦੀ ਵੀ ਧਰਮ ਦਾ ਫਾਇਦਾ ਨਹੀਂ ਕਰਦੇ, ਵੰਡਣ ਵਾਲੇ ਧਰਮ ਦਾ ਨੁਕਸਾਨ ਹੀ ਕਰਦੇ ਨੇ। ਕਹਿੰਦੇ ਅਸੀਂ ਤਾਂ ਧਰਮ ਨੂੰ ਇੱਕ ਕਰ ਰਹੇ ਹਾਂ, ਅਸੀਂ ਇੱਕੋ ਪੰਗਤ ਵਿੱਚ ਬ੍ਰਾਹਮਣ ਨੂੰ ਵੀ, ਇੱਕੋ ਪੰਗਤ ਵਿੱਚ ਸ਼ੂਦਰ ਨੂੰ ਵੀ ਬਿਠਾ ਕੇ ਸਭ ਨੂੰ ਇੱਕੋ ਜਿਹਾ ਸਤਿਕਾਰ ਦੇ ਰਹੇ ਆ। ਤੇ ਦੱਸੋ ਫਾਇਦਾ ਤੇ ਨੁਕਸਾਨ ਕੌਣ ਕਰ ਰਿਹਾ? ਫਿਰ ਸਮਾਂ ਆਏਗਾ, ਪੀੜ੍ਹੀ ਪੜ੍ਹੀ ਲਿਖੀ ਹੋ ਜਾਵੇਗੀ ਤੇ ਉਹਨਾਂ ਨੇ ਐਸੀਆਂ ਰਵਾਇਤਾਂ ਪ੍ਰਵਾਨ ਨਹੀਂ ਕਰਨੀਆਂ, ਖੁਦ ਹੀ ਨੁਕਸਾਨ ਕਰ ਰਹੇ ਹੋ ਤੁਸੀਂ।
ਜੇ ਸ਼ਿਕਾਇਤ ਹੋਈ ਵੀ ਇਹਨਾਂ ਨੇ ਸੰਸਕ੍ਰਿਤ ਛੱਡ ਕੇ ਆਮ ਭਾਸ਼ਾ ਵਰਤੀ ਹੈ ਤੇ ਉਵੇਂ ਦੇ ਗੀਤ ਗਾਉਂਦੇ ਨੇ, ਜਵਾਬ ਦਿੱਤਾ ਹੈ ਕਬੀਰ ਸਾਹਿਬ ਦਾ ਬਚਨ ਹੈ, ਲੋਕ ਜਾਣੈ ਇਹੋ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਗੀਤ ਨਹੀਂ, ਇਹ ਪਰਮਾਤਮਾ ਦੀ ਵਿਚਾਰ ਹੈ। ਜੇ ਗੱਲ ਸੰਸਕ੍ਰਿਤ ਦੀ ਆ, ਸੰਸਕ੍ਰਿਤ ਦੇ ਵਿੱਚ ਵੀ ਬਾਣੀ ਉਚਾਰਨ ਹੋਈ ਆ, ਪਰ ਬਹੁਤੀ ਬਾਣੀ ਉਸ ਭਾਸ਼ਾ ਵਿੱਚ ਉਚਾਰਨ ਹੋਈ ਜਿਹੜੀ ਭਾਸ਼ਾ ਆਮ ਮਨੁੱਖ ਸਮਝਦੇ ਹੋਣ। ਇਹਦੇ 'ਚ ਵੀ ਅਸੀਂ ਧਰਮ ਦਾ ਨੁਕਸਾਨ ਨਹੀਂ, ਫਾਇਦਾ ਕਰ ਰਹੇ ਹਾਂ, ਕਿਉਂਕਿ ਅੱਜ ਤੱਕ ਉਹ ਇੰਨੀਆਂ ਮਹਾਨ ਗੱਲਾਂ ਕੇਵਲ ਵਿਦਵਾਨ ਹੀ ਪੜ੍ਹਦੇ ਸਨ ਤੇ ਆਮ ਜੇ ਬੰਦੇ ਵਿਚਾਰੇ ਇਸੇ ਗੱਲੋਂ ਹੀ ਤਸੱਲੀ ਲੈ ਜਾਂਦੇ ਸੀ ਵੀ ਪੰਡਤ ਜੀ ਆ ਕੇ ਮੰਤਰ ਪੜ੍ਹ ਕੇ ਸਾਡਾ ਕੰਮ ਹੋ ਗਿਆ। ਕਹਿੰਦੇ ਅਸੀਂ ਤਾਂ ਮਹਾਨ ਗੱਲਾਂ ਨੂੰ ਆਮ ਭਾਸ਼ਾ ਵਿੱਚ ਲਿਆ ਕੇ ਹਰ ਕਿਸੇ ਦੀ ਜ਼ੁਬਾਨ 'ਤੇ ਲੈ ਕੇ ਆਉਣਾ ਚਾਹੁੰਦੇ ਆ। ਇਹ ਕਿਸੇ ਬਾਬਿਆਂ 'ਤੇ ਡਿਪੈਂਡੈਂਟ ਨਾ ਰਹਿਣ, ਇਹ ਕਿਸੇ ਵਿਦਵਾਨਾਂ 'ਤੇ ਡਿਪੈਂਡੈਂਟ ਨਾ ਰਹਿਣ, ਇੱਕ ਆਮ ਜੇ ਲੋਕ ਵੀ ਉਹ ਮਹਾਨ ਗੱਲਾਂ ਉਹ ਗੁਰਬਾਣੀ ਪੜ੍ਹਨ। ਅਸੀਂ ਤਾਂ ਇਹ ਫਾਇਦਾ ਕਰ ਰਹੇ, ਦੱਸੋ ਨੁਕਸਾਨ ਕਰ ਰਹੇ ਹਾਂ। ਤੁਸੀਂ ਕਹਿੰਦੇ ਵੀ ਸ਼ਰਧਾ ਦਾ, ਉਹ ਸ਼ਰਧਾ ਖੰਡਨ ਕਰਦੇ ਸੀ, ਸ਼ਰਧਾ ਨੂੰ ਸੱਟ ਮਾਰਦੇ ਹਾਂ। ਕਿਉਂ? ਕਿਉਂਕਿ ਅਸੀਂ ਸ਼ਰਾਧਾਂ ਦਾ ਖੰਡਨ ਕਰਦੇ ਹਾਂ, ਅਸੀਂ ਮੂਰਤੀ ਪੂਜਾ ਦਾ ਖੰਡਨ ਕਰਦੇ ਹਾਂ। ਤੁਸੀਂ ਕਹਿੰਦੇ ਹੋ ਵੀ ਇਹ ਸ਼ਰਧਾ ਨੂੰ ਸੱਟ ਮਾਰਨਾ ਹੈ, ਅਸੀਂ ਕਹਿੰਦੇ ਅਸੀਂ ਸ਼ਰਧਾ ਨੂੰ ਸੱਟ ਨਹੀਂ ਮਾਰ ਰਹੇ। ਇਹ ਭਾਈ ਜੇਠਾ ਜੀ ਦਲੀਲਾਂ ਦੇ ਰਹੇ ਨੇ, ਕਹਿੰਦੇ ਅਸੀਂ ਸ਼ਰਧਾ ਨੂੰ ਸੱਟ ਨਹੀਂ ਮਾਰੀ, ਅਸੀਂ ਸ਼ਰਧਾ ਵਧਾਈ ਆ। ਭਲਾ ਕਿਵੇਂ? ਇਹ ਸ਼ਰਾਧ ਮਨਾਉਂਦੇ ਨੇ, ਮਰਨ ਤੋਂ ਬਾਅਦ ਸ਼ਰਾਧ ਮਨਾਉਂਦੇ ਨੇ। ਅਸੀਂ ਜਿਉਂਦੇ ਜੀ ਮਾਤਾ ਪਿਤਾ ਦੀ ਸੇਵਾ ਕਰਨੀ ਸਿਖਾਉਂਦੇ ਆ, ਸ਼ਰਧਾ ਵਧਾਈ ਕਿ ਘਟਾਈ ਦੱਸੋ। ਇਹ ਮੂਰਤੀ ਪੂਜਾ ਕਰਦੇ ਨੇ, ਮੂਰਤੀ 'ਚੋਂ ਰੱਬ ਦੇਖਦੇ ਨੇ, ਇਹਨਾਂ ਦੀ ਭਾਵਨਾ ਪ੍ਰਵਾਨ, ਇਹਨਾਂ ਨੂੰ ਮੁਬਾਰਕ। ਇਹ ਮੂਰਤੀ 'ਚੋਂ ਰੱਬ ਦੇਖਦੇ ਨੇ, ਅਸੀਂ ਘਟ ਦੇ ਵਿੱਚੋਂ ਰੱਬ ਦੇਖਣਾ ਸਿਖਾਇਆ ਹੈ। ਦੱਸੋ ਸ਼ਰਧਾ ਵਧਾਈ ਕਿ ਘਟਾਈ? ਇਹਨੂੰ ਸ਼ਰਧਾ ਵਧਾਉਣਾ ਕਹਿੰਦੇ ਨੇ ਕਿ ਸ਼ਰਧਾ ਨੂੰ ਸੱਟ ਮਾਰਨਾ ਕਹਿੰਦੇ ਨੇ? ਭਾਈ ਜੇਠੇ ਦੀਆਂ ਵੱਡੀਆਂ ਤੋਂ ਵੱਡੀਆਂ ਦਲੀਲਾਂ ਦੇ ਸਾਹਮਣੇ ਵੀ ਵੱਡੇ ਵੱਡੇ ਪੰਡਤਾਂ ਦੀ ਬੋਲਤੀ ਬੰਦ ਹੋਈ ਹੈ। ਸਤ ਸੰਗਤ, ਸਮਾਂ ਲੰਘਿਆ, ਪਰਖ ਹੋਈ ਹੈ। ਇੱਕ ਪਾਸੇ ਆਪ ਬਾਬਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੱਡਾ ਜਵਾਈ ਭਾਈ ਰਾਮਾ ਜੀ ਉਹ ਆਏ ਨੇ, ਇੱਕ ਪਾਸੇ ਭਾਈ ਜੇਠਾ ਜੀ ਆਏ ਨੇ, ਕੁਝ ਕੁ ਹੋਰ ਸਿੱਖ ਆਏ ਨੇ। ਪਰਖ ਹੋਈ, ਭਾਵੇਂ ਗੁਰੂ ਸਾਹਿਬ ਅੰਤਰਜਾਮੀ ਨੇ। ਸਤ ਸੰਗਤ, ਗੁਰੂ ਸਾਹਿਬ ਜਾਣਦੇ ਨੇ ਕਿਹੜਾ ਕਿੰਨਾ ਕੁ ਸਮਰੱਥ ਹੈ, ਪਰ ਕਈ ਦਾਅਵੇਦਾਰ ਵੀ ਬੈਠੇ ਹੋਣਗੇ ਵੀ ਮੈਂ ਗੁਰੂ ਬਣ ਜਾ ਸ਼ਾਇਦ, ਤੇ ਕਈ ਇਹ ਆਸਾਂ ਲਾ ਕੇ ਬੈਠੇ ਹੋਣਗੇ ਵੀ ਫਲਾਣਾ ਬੰਦਾ ਗੁਰੂ ਬਣ ਜਾਊਗਾ। ਪਰ ਲੋਕਾਂ ਨੂੰ ਇਹ ਜਸਟੀਫਾਈ ਕਰਨ ਵਾਸਤੇ ਕਿ ਇਹ ਫੈਸਲਾ ਕਿਉਂ ਹੋ ਰਿਹਾ ਹੈ, ਕਈ ਵਾਰੀ ਪਰਖ ਪਾਈ ਜਾਂਦੀ ਹੈ। ਸਤ ਸੰਗਤ, ਪਰਖ ਪਾਈ। ਇੱਕ ਪਾਸੇ ਭਾਈ ਰਾਮੇ ਜੀ ਨੂੰ ਵੀ ਕਿਹਾ, ਭਾਈ ਜੇਠਾ ਨੂੰ ਵੀ ਕਿਹਾ। ਕੁਝ ਕੁ ਇਤਿਹਾਸਕਾਰਾਂ ਨੇ ਲਿਖਿਆ ਵੀ ਇੱਕ ਦੋ ਹੋਰ ਵੀ ਸਿੱਖ ਉੱਥੇ ਜੁੜੇ ਸਨ, ਕਿਉਂਕਿ ਇਹ ਨਹੀਂ ਵੀ ਇਕੱਲੇ ਜਵਾਈਆਂ ਦੀ ਪਰਖ ਲੈ ਕੇ ਸਾਰਤਾ, ਕੁਝ ਕੁ ਹੋਰ ਸਿੱਖ ਵੀ ਜੁੜੇ ਸਨ। ਕਹਿ ਦਿੱਤਾ ਕਿ ਬੌਲੀ ਦੇ ਕੋਲ ਥੜਾ ਬਣਾਉਣਾ ਹੈ ਤੇ ਹਦਾਇਤਾਂ ਦੇ ਦਿੱਤੀਆਂ ਵੀ ਜਿਵੇਂ ਦਾ ਮੈਂ ਕਹਿੰਦਾ ਥੜਾ ਉਵੇਂ ਦਾ ਚਾਹੀਦਾ, ਤੇ ਉਵੇਂ ਦਾ ਜਿਹੜਾ ਥੜਾ ਬਣਾਵੇਗਾ ਉਹ ਥੜਾ ਪ੍ਰਵਾਨ ਹੋਵੇਗਾ, ਨਹੀਂ ਤੇ ਢਵਾ ਦਿੱਤਾ ਜਾਵੇਗਾ। ਭਾਈ ਰਾਮਾ ਜੀ ਨੇ ਥੜਾ ਬਣਾਉਣਾ ਸ਼ੁਰੂ ਕੀਤਾ, ਭਾਈ ਜੇਠਾ ਜੀ ਨੇ ਥੜਾ ਬਣਾਉਣਾ ਸ਼ੁਰੂ ਕੀਤਾ। ਸ਼ਾਮ ਪਈ, ਥੜਾ ਬਣਿਆ। ਗੁਰੂ ਅਮਰਦਾਸ ਆਏ ਤੇ ਕਹਿਣ ਲੱਗੇ ਰਾਮਿਆ ਗੱਲ ਨਹੀਂ ਬਣੀ, ਜਿਵੇਂ ਦਾ ਮੈਂ ਕਿਹਾ ਸੀ ਉਵੇਂ ਦਾ ਥੜਾ ਨਹੀਂ ਬਣਿਆ, ਢਾਓ ਦੁਬਾਰਾ ਬਣਾਓ। ਜੇਠੇ ਕੋਲ ਗਏ, ਜੇਠਿਆ ਰੱਦ ਪ੍ਰਵਾਨ ਨਹੀਂ ਤੇਰਾ ਥੜਾ, ਢਾਹ ਦੁਬਾਰਾ ਬਣਾ। ਸਿੱਖਾਂ ਨੂੰ ਵੀ ਕਿਹਾ, ਚਲੋ ਕੋਈ ਇੱਕ ਵਾਰੀ 'ਚ ਛੱਡ ਗਿਆ, ਕੋਈ ਦੂਜੇ ਵਾਰੀ 'ਚ ਛੱਡ ਗਿਆ। ਭਾਈ ਦੂਜਾ ਦਿਨ ਆਇਆ, ਭਾਈ ਰਾਮੇ ਨੂੰ ਕਿਹਾ, ਉਹਨਾਂ ਹੱਥ ਜੋੜੇ, ਮਹਾਰਾਜ ਇੱਕ ਵਾਰੀ ਫੇਰ ਵੇਖ ਲਓ, ਬੜੀ ਮਿਹਨਤ ਕਰਕੇ ਬਣਾਇਆ ਜੇ। ਨਹੀਂ ਰਾਮਿਆ, ਜਿਵੇਂ ਦਾ ਚਾਹੁੰਦੇ ਸੀ ਉਵੇਂ ਦਾ ਬਣਿਆ ਨਹੀਂ, ਢਾਓ ਦੁਬਾਰਾ ਬਣਾਓ। ਢਾਇਆ, ਦੁਬਾਰਾ ਬਣਾਉਣ ਲੱਗੇ। ਭਾਈ ਜੇਠੇ ਨੂੰ ਕਿਹਾ ਢਾਹ ਕੇ ਦੁਬਾਰਾ ਬਣਾਓ, ਹੱਥ ਜੋੜੇ ਦੁਬਾਰਾ ਬਣਾਇਆ। ਤੀਜਾ ਦਿਨ ਆਇਆ, ਜਦੋਂ ਉਹ ਥੜੇ ਬਣਾ ਕੇ ਦੁਬਾਰਾ ਤਿਆਰ ਕੀਤੇ, ਭਾਈ ਰਾਮਾ ਜੀ ਦੇ ਕੋਲ ਗਏ ਤੇ ਕਹਿਣ ਲੱਗਿਆ ਰਾਮਿਆ ਜਿਵੇਂ ਦਾ ਮੈਂ ਕਹਿਣਾ ਤੂੰ ਉਵੇਂ ਦਾ ਥੜਾ ਨਹੀਂ ਤਿਆਰ ਕਰ ਰਿਹਾ। ਤੇ ਹੁਣ ਰਾਮੇ ਨੇ ਹੱਥ ਜੋੜ ਤੇ ਕਹਿਣ ਲੱਗੇ ਗੁਰੂ ਸਾਹਿਬ ਜੀ ਫਿਰ ਗੱਲ ਕਹਿ ਦਿਆਂ, ਗੁੱਸਾ ਨਾ ਕਰਿਓ, ਜਿਵੇਂ ਦਾ ਤੁਸੀਂ ਕਹਿੰਦੇ ਹੋ ਉਵੇਂ ਦਾ ਥੜਾ ਜੇ ਨਹੀਂ ਬਣਿਆ ਤੇ ਬਣਨਾ ਵੀ ਨਹੀਂ। ਕਿਉਂ ਨਹੀਂ ਬਣਨਾ? ਮਾਫ ਕਰ ਦਿਓ ਪਾਤਸ਼ਾਹ, ਜਿਹੜੀ ਗੱਲ ਤੁਸੀਂ ਸੁਬਾਹ ਕਹਿੰਦੇ ਹੋ ਸ਼ਾਮ ਤੱਕ ਬਦਲ ਜਾਂਦੇ ਹੋ, ਜੇ ਬਦਲਦੇ ਹੀ ਰਹੋਗੇ ਮੈਂ ਉਵੇਂ ਦਾ ਥੜਾ ਕਿਵੇਂ ਬਣਾਵਾਂਗਾ? ਨਹੀਂ ਬਣਨਾ ਉਵੇਂ ਦਾ, ਮੇਰੇ ਤੋਂ ਨਹੀਂ ਬਣਦਾ ਜੇ। ਚਲ ਇੰਝ ਹੀ ਕਹਿੰਦੇ ਮੇਰੇ ਤੋਂ ਨਹੀਂ ਹੁਣ ਬਣਦਾ ਜੇ, 3 ਦਿਨ ਹੋ ਗਏ ਬਣਾਉਂਦਿਆਂ ਨੂੰ। ਛੱਡ ਕੇ ਚਲਾ ਗਿਆ। ਜੇਠੇ ਨੂੰ ਕਿਹਾ, ਜੇਠਿਆ ਜਿਵੇਂ ਦਾ ਕਿਹਾ ਸੀ ਉਵੇਂ ਦਾ ਨਹੀਂ ਬਣਿਆ। ਹੱਥ ਜੋੜੇ, ਢਾਹ ਕੇ ਦੁਬਾਰਾ ਬਣਾਉਣ ਲੱਗੇ। ਚੌਥੇ ਦਿਨ ਢਾਹ ਕੇ ਦੁਬਾਰਾ ਬਣਾਇਆ, 5ਵੇਂ ਦਿਨ ਢਾਹ ਕੇ ਦੁਬਾਰਾ ਬਣਾਇਆ, 6ਵੇਂ ਦਿਨ ਇੰਜ ਕੀਤਾ, 7ਵੇਂ ਦਿਨ ਇੰਜ ਕੀਤਾ। ਤੇ ਜਦੋਂ 7ਵੇਂ ਦਿਨ ਆਪ ਜੀ ਨੇ ਥੜਾ ਬਣਾਇਆ ਤੇ ਗੁਰੂ ਅਮਰਦਾਸ ਆਏ ਤੇ ਕਹਿਣ ਲੱਗੇ ਜੇਠਿਆ ਜਿਵੇਂ ਦਾ ਥੜਾ ਕਿਹਾ ਸੀ ਨਾ ਉਵੇਂ ਦਾ ਅਜੇ ਵੀ ਨਹੀਂ ਬਣਿਆ। ਭਾਈ ਜੇਠੇ ਨੇ ਵੀ ਹੱਥ ਜੋੜ ਲਏ ਤੇ ਕਹਿਣ ਲੱਗੇ ਪਾਤਸ਼ਾਹ ਜਿਵੇਂ ਦਾ ਤੁਸੀਂ ਕਹਿੰਦੇ ਹੋ ਥੜਾ ਉਵੇਂ ਦਾ ਨਹੀਂ ਬਣਿਆ ਤੇ ਬਣਨਾ ਵੀ ਨਹੀਂ। ਗੱਲ
ਉਹੀ ਭਾਈ ਜੇਠੇ ਨੇ ਵੀ ਕਹੀ ਹੈ। ਸੰਗਤ ਵੇਖ ਕੇ ਹੈਰਾਨ, ਰਾਮਾ ਜੀ ਨੇ ਵੀ ਇਹੀ ਗੱਲ ਕਹੀ ਸੀ। ਹੁਣ ਵੇਖਦੇ ਹਾਂ ਜੇਠਾ ਅੱਗੋਂ ਕੀ ਕਹਿੰਦਾ। ਗੁਰੂ ਅਮਰਦਾਸ ਕਹਿੰਦੇ ਜੇਠਿਆਂ ਉਵੇਂ ਦਾ ਕਿਉਂ ਨਹੀਂ ਬਣਨਾ। ਜੇਠੇ ਨੇ ਹੱਥ ਜੋੜ ਲਏ, ਚਰਨੀ ਢਹਿ ਪਿਆ ਤੇ ਕਹਿਣ ਲੱਗਾ ਪਾਤਸ਼ਾਹ ਜਿਵੇਂ ਦਾ ਤੁਸੀਂ ਕਹਿੰਦੇ ਹੋ ਉਵੇਂ ਦਾ ਥੜਾ ਨਹੀਂ ਬਣਨਾ। ਭਲਾ ਪਤਾ ਕਿਉਂ? ਇਸ ਕਰਕੇ ਨਹੀਂ ਬਣਨਾ ਕਿਉਂਕਿ ਜਿਵੇਂ ਤੁਸੀਂ ਸੁਬਾਹ ਦੱਸਦੇ ਹੋ ਨਾ, ਕੁਝ ਪਲ ਲੰਘਦੇ ਮੈਂ ਭੁੱਲ ਹੀ ਜਾਂਦਾ ਕਿਵੇਂ ਬਣਾਉਣਾ ਹੈ। ਮੇਰੀ ਤਾਂ ਮੱਤ ਇੰਨੀ ਹੈ ਹੀ ਨਹੀਂ ਕਿ ਮੈਂ ਸਮਝ ਸਕਾਂ ਵੀ ਤੁਸੀਂ ਕਹਿੰਦੇ ਕੀ ਜੇ। ਮੈਨੂੰ ਪਤਾ ਹੀ ਨਹੀਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ। ਮਹਾਰਾਜ ਮੇਰੇ ਕੋਲ ਇੰਨੀ ਮੱਤ ਨਹੀਂ ਕਿ ਤੁਹਾਡਾ ਹੁਕਮ ਸਮਝ ਸਕਾਂ। ਜੇ ਉੱਦਮ ਤੁਸੀਂ ਆਪ ਕਰਾ ਰਹੇ ਹੋ ਨਾ, ਫਿਰ ਮੱਤ ਵੀ ਆਪ ਹੀ ਬਖਸ਼ ਦਿਓ। ਮੈਂ ਆਪਦੀ ਮੱਤ ਨਾਲ ਚੱਲਦਾ ਰਿਹਾ ਤੇ ਫਿਰ ਥੜਾ ਬਣਨਾ ਵੀ ਨਹੀਂ। ਤੁਸੀਂ ਕਿਰਪਾ ਕਰੋਗੇ ਤੇ ਥੜਾ ਬਣ ਜਾਊਗਾ। ਗੁਰੂ ਅਮਰਦਾਸ ਨੇ ਭਾਈ ਜੇਠੇ ਨੂੰ ਗਲਵੱਕੜੀ 'ਚ ਲੈ ਲਿਆ ਤੇ ਕਹਿਣ ਲੱਗੇ ਜੇਠਿਆ ਇਹ ਦੁਨੀਆ ਨੂੰ ਭੁਲੇਖਾ ਪੈ ਗਿਆ ਸੀ ਵੀ ਮੈਂ ਕਿਹੜੇ ਥੜੇ ਬਣਾ ਰਿਹਾ, ਤੇ ਜਿਹੜਾ ਥੜਾ ਮੈਂ ਬਣਾਉਣਾ ਚਾਹੁੰਦਾ ਸੀ ਨਾ ਉਹ ਬਣ ਗਿਆ। ਆਹ ਹਿਰਦੇ ਦਾ ਥੜਾ ਬਣਾਉਣਾ ਸੀ, ਬਣ ਗਿਆ। ਹੁਣ ਦਿਨ ਚੜ੍ਹਿਆ, ਭਾਈ ਜੇਠੇ ਨੂੰ ਇਸ਼ਨਾਨ ਕਰਾਇਆ ਗਿਆ। ਮੈਂ ਸਾਰਾ ਪ੍ਰਕਰਨ ਨਾ ਕਵਾਂ, ਸਾਧ ਸੰਗਤ ਫਤਿਹ ਵਾਲੇ ਪਾਸੇ ਆਵਾਂ। ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਜੀ ਭਾਈ ਜੇਠੇ ਨੂੰ ਮੋਢਿਆਂ ਤੋਂ ਇਸ ਤਰ੍ਹਾਂ ਪਿਆਰ ਦੇ ਨਾਲ ਫੜਿਆ, ਆਪ ਉੱਠੇ ਨੇ ਤੇ ਆਪਣੇ ਸਿੰਘਾਸਨ ਤੇ ਬਿਠਾਤਾ। ਆਪਣੇ ਹੱਥੀਂ ਫੜ ਕੇ ਜਦੋਂ ਸਿੰਘਾਸਨ ਤੇ ਬਿਠਾਇਆ ਨਾ, ਗੁਰੂ ਰਾਮਦਾਸ ਬਣੇ। ਭਾਈ ਜੇਠਾ ਗੁਰੂ ਰਾਮਦਾਸ ਬਣੇ ਤੇ ਗੁਰੂ ਰਾਮਦਾਸ ਜੀ ਉਸੇ ਵੇਲੇ ਉੱਠੇ, ਦੌੜ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਢਹਿ ਪਏ। ਤੇ ਭਾਈ ਵੀਰ ਸਿੰਘ ਲਿਖਦੇ ਨੇ ਕਿ ਆਪ ਜੀ ਦੇ ਅੱਖਾਂ 'ਚੋਂ ਨਾ ਜੀ ਹੰਝੂ ਨਿਕਲੇ। ਸਾਰਾ ਦਾੜਾ ਉਹਨਾਂ ਹੰਝੂਆਂ ਦੇ ਮੋਤੀਆਂ ਨਾਲ ਭਰਿਆ ਹੈ। ਹਰ ਅੰਮ੍ਰਿਤ ਭਿੰਨੇ ਲੋਏ ਨਾ, ਮਨ ਪ੍ਰੇਮ ਰਤਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ, ਕੰਚਨ ਸੋਵਿੰਨਾ ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੋਂ ਭਿੰਨਾ, ਜਨ ਨਾਨਕ ਮੁਸਕ ਚਕੋਲਿਆ, ਸਭ ਜਨਮ ਧਨ ਧੰਨਾ। ਭਾਈ ਜੇਠੇ ਦਾ ਸਾਰੇ ਨੇਤਰ ਹੰਝੂਆਂ ਦੇ ਨਾਲ ਭਰੇ ਨੇ। ਤੇ ਇੱਕ ਭਾਵਪੂਰਕ ਬਚਨ ਸਾਧ ਸੰਗਤ ਕਹਿੰਦੇ ਨੇ ਇਉਂ ਜਾਪਦਾ ਹੈ ਜਿਵੇਂ ਕੁਦਰਤ ਇੱਕ ਵਾਰੀ ਰੁਕ ਗਈ ਹੋਵੇ। ਹਵਾ ਨੇ ਸ਼ੋਰ ਕਰਨਾ ਬੰਦ ਕਰ ਦਿੱਤਾ, ਪੱਤਿਆਂ ਨੇ ਸ਼ੋਰ ਕਰਨਾ ਬੰਦ ਕਰ ਦਿੱਤਾ, ਕਿਸੇ ਦੀਆਂ ਅੱਖਾਂ ਖੁੱਲੀਆਂ ਨੇ, ਹੰਝੂ ਵਗ ਰਹੇ ਨੇ, ਕਿਸੇ ਦੇ ਨੇਤਰ ਬੰਦ ਨੇ। ਇੱਕਦਮ ਚੁੱਪ ਛਾ ਗਈ ਬਸ ਆਹ ਬਚਨ ਸੁਣਨ ਵਾਸਤੇ। ਕਹਿੰਦੇ ਨੇ ਇੱਕ ਰਾਗ ਅਲਾਪਿਆ ਗਿਆ ਹੈ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਸ਼ਬਦ ਨਿਕਲਿਆ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਦੇਖੈ ਤਬ ਬਿਸਮ ਹੋਏ ਜਾਏ, हम जैसे अपराधी अवर कोई राखै, जैसे हम सतगुर राख लिए छड़ाए, तू गुर पिता तू है गुर माता, तू गुर बंदप मेरा सखा सखाए, जो हमरी बिद होती मेरे सतगुरा, साबिद तुम हर जान हो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिले चुके सब सोग संतापे। ਗੁਰੂ ਅਮਰਦਾਸ ਜੀ ਅਸੀਂ ਤਾਂ ਰੁਲਦੇ ਸੀ, ਕਦੀ ਘੁੰਗਣੀਆਂ ਵੇਚਦੇ ਹਾਂ ਤੇ ਕੋਈ ਘੁੰਗਣੀਆਂ ਲੈਣ ਨੂੰ ਤਿਆਰ ਨਹੀਂ। ਕਦੀ ਮਾਤਾ ਜੀ ਚਲੇ ਗਏ, ਕਦੀ ਪਿਤਾ ਜੀ ਚਲੇ ਗਏ, ਕਦੀ ਰਿਸ਼ਤੇਦਾਰ ਤਾਨੇ ਮਾਰਦੇ ਨੇ, ਕਦੀ ਕੋਈ ਘੁੰਗਣੀਆਂ ਲੈਣ ਨੂੰ ਤਿਆਰ ਨਹੀਂ। ਪਾਤਸ਼ਾਹ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਅਸੀਂ ਤਾਂ ਰੁਲਤੇ ਸੀ, ਤੁਸੀਂ ਰੁਲਦਿਆਂ ਨੂੰ ਵੀ ਨਵਾਜਣ ਵਾਲੇ ਹੋ। ਤਖਤ ਤੇ ਬੈਠੇ ਦੁਨੀਆ ਸੋਚਦੀ ਹੋਵੇਗੀ ਕਿ ਭਾਈ ਜੇਠਾ ਹੁਣ ਗੁਰੂ ਬਣਿਆ, ਤਖਤ ਦਾ ਮਾਲਕ ਬਣਿਆ, ਇਹਦੀ ਹਵਾ ਬਦਲ ਜੂਗੀ। ਕਹਿੰਦੇ ਜੋਗੀਆਂ ਦੀ ਮੰਡਲੀ ਆਈ ਆ, ਦਰਬਾਰ ਸੱਜਿਆ ਤੇ ਜੋਗੀ ਸੋਚਦੇ ਨੇ ਗੁਰੂ ਨਾਨਕ ਦੇ ਘਰ ਨਿਮਰਤਾ ਹੈ ਤੇ ਅੱਜ ਘੁੰਗਣੀਆਂ ਵੇਚਣ ਵਾਲਾ ਦੀਨ ਦੁਨੀਆ ਦਾ ਪਾਤਸ਼ਾਹ ਬਣਿਆ ਤੇ ਕੋਈ ਕੱਖਾਂ ਤੋਂ ਹੌਲਾ ਇਹਨੂੰ ਵੀ ਕੋਈ ਵੱਡੀ ਪਦਵੀ ਮਿਲ ਜਾਵੇ ਨਾ ਜੀ, ਲੋਕਾਂ ਦੇ ਸੁਭਾਅ ਬਦਲ ਜਾਂਦੇ ਆ। ਗੁਰੂ ਅਮਰਦਾਸ ਜੀ ਅੱਜ ਤਖਤ ਤੇ ਬੈਠੇ ਤੇ ਜੋਗੀਆਂ ਨੇ ਨਾ ਪਰਖ ਲੈਣ ਵਾਸਤੇ ਆ ਕੇ ਤਾਰੀਫ ਕੀਤੀ। ਕਹਿਣ ਲੱਗੇ ਗੁਰੂ ਰਾਮਦਾਸ ਤੁਸੀਂ ਧੰਨ ਹੋ, ਤੁਸੀਂ ਦੀਨ ਦੁਨੀਆ ਦੇ ਪਾਤਸ਼ਾਹ ਹੋ, ਤੁਸੀਂ ਅਨਾਥਾਂ ਦੇ ਨਾਥ ਜੋ, ਤੁਸੀਂ ਨਿਮਾਣਿਆਂ ਦੇ ਮਾਣ ਜੋ, ਤੁਸੀਂ ਧੰਨ ਜੋ। ਤੇ ਮਨ 'ਚ ਇਹ ਸੋਚਦੇ ਨੇ ਅੱਜ ਗੁਰੂ ਰਾਮਦਾਸ ਜੀ ਦੀ ਤਾਰੀਫ ਕੀਤੀ ਆ ਤੇ ਗੁਰੂ ਰਾਮਦਾਸ ਜੀ ਖੁਸ਼ ਹੋਣਗੇ ਤਾਰੀਫ ਸੁਣ ਕੇ। ਕੋਈ ਹਉਮੈ ਦੇ ਬੋਲ ਬੋਲਣਗੇ, ਕਰਕੇ ਵੇਖੋ ਕਿਸੇ ਅੱਗੇ ਤਾਰੀਫ। ਕੋਈ ਕਹਿ ਕੇ ਤਾਂ ਵੇਖੇ ਵੀ ਹਰਜੋਤ ਸਿੰਘ ਬੰਦਾ ਹੀ ਬੜਾ ਘੈਂਟ ਆ, ਤੇ ਆਹ ਗੱਲ ਸੁਣ ਕੇ ਹਰਜੋਤ ਸਿੰਘ ਦੇ ਆਪ ਭਾਵ ਬਦਲ ਜਾਣਗੇ। ਹੁੰਦਾ ਨਾ ਇੰਝ। ਤੇ ਕਈ ਵਾਰੀ ਨਾ ਅਸੀਂ ਇੰਝ ਅੱਗੋਂ ਕੋਈ ਕਵੇ ਨਾ ਬੰਦਾ ਬੜਾ ਚੰਗਾ ਜੀ, ਹੱਥ ਜੋੜ ਕੇ ਇੰਝ ਕਹਿ ਦਿੰਦਾ ਨਹੀਂ ਜੀ ਮੈਂ ਤਾਂ ਨਿਮਾਣਾ ਹੈ, ਹੱਥ ਬਾਹਰੋਂ ਜੁੜੇ ਨੇ ਮੈਂ ਤਾਂ ਨਿਮਾਣਾ ਹੈ, ਪਰ ਮਨ ਨੱਚਣ ਰਿਹਾ ਹੁੰਦਾ, ਲੈ ਜੀ ਅੱਜ ਤਾਂ ਤਾਰੀਫ ਹੋ ਗਈ। ਇੰਝ ਹੀ ਹੁੰਦਾ ਹੈ ਨਾ। ਤਾਰੀਫ ਹੋਈ ਤੇ ਗੁਰੂ ਅਮਰਦਾਸ ਜੀ, ਭਾਈ ਵੀਰ ਸਿੰਘ ਨੇ ਬੜਾ ਸੋਹਣਾ ਲਿਖਿਆ,
ਅੱਖਾਂ ਬੰਦ ਨੇ, ਅੱਖਾਂ 'ਚੋਂ ਫਿਰ ਮੋਤੀ ਗਿਰੇ ਨੇ ਔਰ ਰਬਾਬ ਛਿੜੀਏ, ਸਰੰਗੀ ਵੱਜੀ ਆ ਤੇ ਆਪ ਜੀ ਦੀ ਰਸਨਾ ਤੋਂ ਸ਼ਬਦ ਨਿਕਲਿਆ, ਕੰਚਨ ਨਾਰੀ ਮੈਂ ਜਿਉ ਲੁਭਤ ਹੈ, ਮੋਹ ਮੀਠਾ ਮਾਇਆ, ਘਰ ਮੰਦਰ ਘੋੜੇ ਖੁਸ਼ੀ, ਮਨ ਅਨ ਰਸ ਲਾਇਆ, ਹਰ ਪ੍ਰਭ ਚਿਤ ਨ ਆਵਈ, ਕਿਉਂ ਛੂਟਾਂ ਮੇਰੇ ਹਰ ਰਾਇਆ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਇਆਲ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ। किछ रूप नहीं किछ जात नहीं किछ ढंग ना मेरा, क्या मूँह लै बोला गुण विहून, नाम जपिया ना तेरा, हम पापी संग गुर उबरे, पुन सतगुर केरा, सब जियो पिंड मुख नक दिया वर्तन को पानी, अन्न पानी कपड़ पहनन दिया रस अन भोगानी, जिन दिया सो चेतना आवई, पशु हों कर जानी। ये निमरता मेरे राम, ये नीच कर्म हर मेरे, निमरता सिखाउंदे ने। आपस को जो भला कहावै, तिसे भलाई निकट ना आवे, आपस को जो जाने नीचा, सो गणिए सब ते उच्चा। गुरु रामदास महाराज जी का जीवन सानू निमरता सिखाउंदा है। गुरु रामदास महाराज जी का जीवन सानू समर्पता सिखाउंदा है। पुछिया गुरु रामदास नूं किसी ने, महाराज असी भी सरनी आउणे आ, ते जदों असी सरनी आउणे आ अरदासां करदे आ, पातशाह मेरा वीज़ा लवाई, पातशाह मैनूं नौकरी लवाई, पातशाह मैनूं कोठी दई, पातशाह मैनूं दुध ते पुੱਤ दई, तेरी शरणी आए आ। असी शरण आउण दियां इह डेफिनेशन दिंदे आ। गुरु रामदास महाराज जी नूं पुछिया, महाराज तुसीं भी कहिंदे हो असी शरणी आए आ, दसो शरणी आउणा किहनूं कहिंदे ने? ते गुरु रामदास बोल के कहिंदे ने, अब हम चली ठाकुर पहार, जब हम शरण प्रभु की आई, राख प्रभु भावें मार। आ हुंदा शरणी आउणा। आए आ ना शरणी, ते ਜਿਹੜੇ सच्ची शरणी आ जाण, वो बोल के कहिंदे महाराज तेरी शरणी आ गया, रखना रख लै, मारना मार लै, सतगुर आयो शरण तुहारी, मिलै सूख नाम हर शोभा, चिंता लाहे हमारी, अवर ना सूझै दूजी ठाहर, हार परयो तो द्वारी, लेखा छोड़ अलेखा छूट है, हम निर्गुण लेहु उबारी, सद बखसिंद सदा मेहरबाना, सबना दे आधारी, नानक दास संत पाछै परयो, राख लेहो एह बारी, अचेत मूढ़ा नाज अनंत, घटंत सासा नित प्रते, छिजंत महासुंदरी काया, काल कन्या गरासते, रचंत पुरख है कुटुंब लीला, अनंत आसा बिखिया बनोद, भ्रमत भ्रमत बहु जन्म हारियो, शरण नानक करुणामय है। इनू कहते ने शरणी आउणा। जे सुख देह ता तुझे आराधी, दुख भी तुझे ते आई, जे भुख दे ता इत ही राजा, दुख विच सूख मनाई, तन मन काट काट सब अरपी, विच अग्नि आप जलाई, पखा फेरी पानी ढोवा, जो देह है सो खाई, नानक गरीब ढह पया द्वारे, हर मेल लेहो वडियाई। ते कदी कहिंदे ने, जे लोक सलाहे तां तेरी उपमा, जे निंदै तां छोड़ ना जाई। ये हुंदी आ जी समर्पता। इनू कहंदे ने शरणी आउणा। असीं गुरु नानक दी उंज कहने शरणी आए आ, ते उंज जी जे मैं सवा महीने बाद मुंडा बाहर ना वधाया, लोग की कहणगे? सिर्फ लोक लाज वास्ते असीं कई गुरु दीआं गल्लां भी बदल जाने आ। शरणी आउणा किहनूं कहंदे ने? जे लोक सलाहे तां तेरी उपमा, जे निंदै तां छोड़ ना जाई। इनू शरणी आउणा कहंदे ने। सतगुरु रहमत करन, असीं भी सतगुरु गुरु रामदास जी की शरणी आईए और खुशियां लईए। बेअंत भुल्लां सतगुरु जी बख्श लेना जी, आप सब भी बख्श देना जी। वाहिगुरु जी का खालसा, वाहिगुरु जी की फतेह। वाहिगुरु साहिब जी।